सब्सक्राइब कीजिए सर्व साझा दरबार के ऑफिशियल यूट्यूब चैनल को। मालिक जी के सत्संग की वीडियो सबसे पहले अपने मोबाइल आईपैड पर देखने के लिए सब्सक्राइब बटन दबाते समय बेल आइकन प्रेस करें और साथ में ऑल नोटिफिकेशन को भी ऑन करें। जय माता दी। कि अगर इंसान कहता है मेरे ग्रह चा लिखिया है, कुंडली चा लिखिया है, ਤਾਂ ਜਦੋਂ ਸਾਨੂੰ ਸੰਤਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਦਾ ਨਾ, ਫਕੀਰਾਂ ਦੀ ਸੋਭਤ 'ਚ ਬੈਠਣ ਦਾ ਮੌਕਾ ਮਿਲਦਾ ਹੈ, ਤਾਂ ਫਕੀਰਾਂ ਦੀ ਸੋਭਤ ਵਿੱਚ ਉਹ ਪੂਰੀ ਤਰ੍ਹਾਂ ਇਨਸਾਨ ਬਦਲ ਜਾਂਦਾ ਹੈ। ਇੱਥੇ ਇੱਕ ਛੋਟੀ ਜਿਹੀ ਕਹਾਣੀ ਦੱਸਾਂਗੇ ਤੁਹਾਨੂੰ। ਉਂਗਲੀ ਮਾਲ ਦਾ ਨਾਮ ਸੁਣਿਆ ਕਿ ਨਹੀਂ ਤੁਸੀਂ? ਮਹਾਤਮਾ ਬੁੱਧ ਦੇ ਸਮੇਂ ਇੱਕ ਬਹੁਤ ਖੂੰਖਾਰ ਹਥਿਆਰਾ ਹੁੰਦਾ ਸੀ ਜਿਹਦਾ ਨਾਮ ਸੀ ਉਂਗਲੀ ਮਾਲ। ਹੁਣ ਉਂਗਲੀ ਮਾਲ ਔਰ ਮਹਾਤਮਾ ਬੁੱਧ ਦੇ ਜੀਵਨ ਦੀ ਜੋ ਘਟਨਾ ਹੈ ਉਹ ਤਾਂ ਕਈਆਂ ਨੇ ਸੁਣੀ ਹੈ, ਪਰ ਉਂਗਲੀ ਮਾਲ ਦੇ ਜੀਵਨ ਬਾਰੇ ਕਿਸੇ ਨੂੰ ਨਹੀਂ ਪਤਾ ਕਿ ਉਂਗਲੀ ਮਾਲ ਬਚਪਨ ਤੋਂ ਕੋਈ ਹਥਿਆਰਾ ਨਹੀਂ ਸੀ। ਫਿਰ ਉਹਦੇ ਮਨ 'ਚ ਇਹ ਭਾਵਨਾ ਕਿੱਥੋਂ ਆ ਗਈ ਕਿ ਮੈਂ 1000 ਬੰਦੇ ਨੂੰ ਮਾਰ ਕੇ ਉਹਦੀ ਉਂਗਲੀ ਵੱਢ ਕੇ ਆਪਣੇ ਗਲ 'ਚ ਪਾਣੀ ਹੈ? ਕਿੱਥੋਂ ਉਹਦੇ ਮਨ 'ਚ ਭਾਵਨਾ ਆ ਗਈ? ਹੁਣ ਜ਼ਰਾ ਇਸ ਨੂੰ ਵੀ ਥੋੜਾ ਸਮਝ ਲਈਏ ਕਿ ਜਦੋਂ ਉਂਗਲੀ ਮਾਲ ਦਾ ਜਨਮ ਹੋਇਆ ਸੀ, ਜਨਮ ਹੁੰਦਿਆਂ ਹੀ ਅੱਧੀ ਰਾਤ ਨੂੰ ਉਹਦਾ ਜਨਮ ਹੋਇਆ ਸੀ, ਤਾਂ ਜਨਮ ਹੋਣ ਤੋਂ ਬਾਅਦ ਅਗਲੇ ਦਿਨ ਉਹਦੇ ਪਿਤਾ ਉਹਨੂੰ ਲੈ ਕੇ ਇੱਕ ਪੁਰੋਹਿਤ ਦੇ ਕੋਲ ਚਲੇ ਗਏ ਪੁੱਛਣ ਵਾਸਤੇ ਕਿ ਮੇਰੇ ਬੱਚੇ ਬਾਰੇ ਦੱਸੋ, ਇਹਦਾ ਰਾਤ ਨੂੰ ਜਨਮ ਹੋਇਆ, ਇਹਦਾ ਭਵਿੱਖ ਕੀ ਹੋਏਗਾ, ਇਹਦਾ ਨਾਮ ਕੀ ਰੱਖਿਆ ਜਾਵੇ। ਔਰ ਕਿਹਾ ਜਾਂਦਾ ਕਿ ਉਸ ਸਮੇਂ ਉਸ ਨਗਰ 'ਚ ਉਹ ਬਹੁਤ ਮੰਨਿਆ ਹੋਇਆ ਪੁਰੋਹਿਤ ਸੀ। ਔਰ ਉਹਦੇ ਕੋਲ ਜਦੋਂ ਬੱਚੇ ਨੂੰ ਲੈ ਕੇ ਗਏ ਤਾਂ ਪੁਰੋਹਿਤ ਨੇ ਜਦੋਂ ਬੱਚੇ ਨੂੰ ਦੇਖਿਆ ਤਾਂ ਦੇਖਦੇ ਸਾਰੀ ਪੁਰੋਹਿਤ ਦੇ ਚਿਹਰੇ ਤੇ ਟੈਨਸ਼ਨ, ਚਿੰਤਾ, ਪਰੇਸ਼ਾਨੀ ਦੀਆਂ ਰੇਖਾਵਾਂ ਆ ਗਈਆਂ। ਪਰੇਸ਼ਾਨ ਹੋ ਗਿਆ ਬੱਚੇ ਨੂੰ ਦੇਖ ਕੇ। ਪਿਤਾ ਨੂੰ ਵੀ ਚਿੰਤਾ ਹੋਈ। ਪੁੱਛਿਆ, ਪੁਰੋਹਿਤ ਜੀ ਕੀ ਗੱਲ ਹੋ ਗਈ? ਮੇਰੇ ਬੱਚੇ ਦਾ ਭਵਿੱਖ ਕੀ ਹੋਏਗਾ? ਮੈਂ ਤਾਂ ਨਾਮ ਕਰਨ ਵਾਸਤੇ ਆਇਆ, ਇਹਦੇ ਭਵਿੱਖ ਨੂੰ ਜਾਣਨ ਵਾਸਤੇ ਆਇਆ ਹਾਂ, ਔਰ ਤੁਸੀਂ ਇਹਨੂੰ ਦੇਖ ਕੇ ਇੰਨਾ ਚਿੰਤਿਤ ਕਿਉਂ ਹੋ ਗਏ? ਤਾਂ ਪੁਰੋਹਿਤ ਨੇ ਕਿਹਾ, ਜੋ ਮੈਨੂੰ ਨਜ਼ਰ ਆ ਰਿਹਾ ਹੈ, ਕਿਉਂਕਿ ਰਾਤ ਦੇ ਸਮੇਂ ਇਹਦਾ ਜਨਮ ਹੋਇਆ ਹੈ, ਇਹਦੇ ਗ੍ਰਹਿਾਂ ਦੇ ਮੁਤਾਬਿਕ, ਉਸ ਸਮੇਂ ਦੇ ਮੁਤਾਬਿਕ ਮੈਂ ਦੇਖ ਰਿਹਾ ਹਾਂ ਇਹ ਬੱਚਾ ਇੱਕ ਬਹੁਤ ਬੜਾ ਹਥਿਆਰਾ ਬਣੇਗਾ। ਇਹ ਬੱਚਾ ਬਹੁਤ ਬੜਾ ਹਥਿਆਰਾ ਬਣੇਗਾ। ਇਸ ਲਈ ਇਸ ਬੱਚੇ ਦਾ ਮਰ ਜਾਣਾ ਹੀ ਅੱਛਾ ਹੈ। ਜ਼ਰਾ ਹੁਣ ਸਮਝਣਾ, ਬਚਪਨ 'ਚ ਜੋਤਸ਼ੀ ਨੇ ਕੀ ਕਹਿ ਦਿੱਤਾ? ਬੱਚਾ ਬਹੁਤ ਬੜਾ ਹਥਿਆਰਾ ਬਣੇਗਾ, ਕਈਆਂ ਦੀ ਜਾਨ ਲਏਗਾ, ਕਈਆਂ ਦਾ ਨੁਕਸਾਨ ਕਰੇਗਾ, ਔਰ ਇੱਕ ਦਿਨ ਇਹ ਪਕੜਿਆ ਜਾਏਗਾ ਔਰ ਫਿਰ ਇਹਨੂੰ ਸੂਲੀ ਤੇ ਚੜਾ ਦਿੱਤਾ ਜਾਏਗਾ। ਇਹ ਇਹਦੀ ਸਾਰੀ ਜੀਵਨ ਦੀ ਕਹਾਣੀ ਹੈ ਜੋ ਮੈਂ ਤੈਨੂੰ ਦੱਸ ਰਿਹਾ। ਤਾਂ ਉਹਨੇ ਪੁੱਛਿਆ ਪਿਤਾ ਨੇ ਕਿ ਕੋਈ ਬਦਲਾਵ ਆ ਸਕਦਾ ਹੈ, ਬਦਲਿਆ ਜਾ ਸਕਦਾ ਹੈ? ਉਹ ਕਹਿੰਦੇ ਜੋ ਲਿਖਿਆ ਹੈ ਉਹ ਤਾਂ ਹੋ ਕੇ ਰਹਿਣਾ ਹੈ, ਬਦਲਿਆ ਨਹੀਂ ਜਾ ਸਕਦਾ। ਇਹਨਾਂ ਹਥਿਆਰਾ ਹੀ ਬਣਨਾ ਹੈ, ਇਹਨਾਂ ਹਥਿਆਰਾ ਬਣਨਾ ਹੈ। ਹੁਣ ਬਾਪ ਦੇ ਦਿਲ ਨੂੰ ਬੜੀ ਚੋਟ ਲੱਗੀ ਤਾਂ ਬਾਪ ਨੇ ਕਿਹਾ ਜੀ ਇਹਦਾ ਨਾਮ ਕੀ ਰੱਖਾਂ? ਉਹ ਕਹਿੰਦੇ ਇਹਦਾ ਨਾਮ ਹਿੰਸਕ ਰੱਖ ਦੇ, ਕਿਉਂਕਿ ਜਿੱਦਾਂ ਦੇ ਇਹਦੇ ਕਰਮ ਹੈ ਨਾ, ਜੋ ਨਜ਼ਰ ਆ ਰਿਹਾ ਹੈ ਹਿੰਸਕ ਹੁੰਦਾ, ਜਿਹੜਾ ਦੂਜਿਆਂ ਦਾ ਖੂਨ ਕਰਨ ਵਾਲਾ, ਦੂਜਿਆਂ ਨੂੰ ਤਕਲੀਫ ਦੇਣ ਵਾਲਾ। ਇਹਦਾ ਨਾਮ ਹਿੰਸਕ ਰੱਖ ਦੇ। ਤਾਂ ਬਾਪ ਨੇ ਮਨ 'ਚ ਸੋਚਿਆ ਕਿ ਜੇ ਇਹਦਾ ਨਾਮ ਹਿੰਸਕ ਰੱਖਾਂਗੇ, ਇਹਨੂੰ ਹਿੰਸਕ ਕਵਾਂਗੇ, ਤਾਂ ਇਹਦੇ ਅੰਦਰ ਨਾ ਵੀ ਭਾਵਨਾ ਹੋਈ ਕਿਸੇ ਨੂੰ ਦੁੱਖ ਦੇਣ ਦੀ। ਜਿੱਦਾਂ ਹੁਣ ਫਰਜ਼ ਕਰੋ ਕਿਸੇ ਦਾ ਨਾਮ ਹੀ ਹਥਿਆਰਾ ਰੱਖ ਦਿਓ, ਹਥਿਆਰੇ ਇੱਧਰ ਆ, ਹਥਿਆਰੇ ਆ ਕਰ, ਤਾਂ ਜਿਹਦਾ ਨਾਮ ਹੀ ਹਥਿਆਰਾ, ਤਾਂ ਹੋ ਸਕਦਾ ਬਾਰ-ਬਾਰ ਹਥਿਆਰਾ ਸੁਣ ਕੇ ਉਹਦੇ ਮਨ 'ਚ ਆਵੇ ਮੈਨੂੰ ਹਥਿਆਰਾ ਕਹੀ ਜਾਂਦੇ ਹੋ ਤਾਂ ਕਿਉਂ ਨਾ ਮੈਂ ਹੱਤਿਆ ਕਰ ਹੀ ਦੇਵਾਂ। ਹੁਣ ਤੁਸੀਂ ਕਿਸੇ ਨੂੰ ਕਹੀਓ ਸ਼ਰਾਬੀ, ਅਗਰ ਨਾ ਵੀ ਪੀਂਦਾ ਹੋਵੇ ਤਾਂ ਅਗਲੇ ਦੇ ਮਨ 'ਚ ਆਣਾ ਜੇ ਹੁਣ ਸਾਰੀ ਦੁਨੀਆ ਸ਼ਰਾਬੀ ਕਹਿੰਦੀ ਤਾਂ ਪੀ ਕੇ ਹੀ ਦੇਖ ਲਓ। ਕਿਉਂਕਿ ਜਿੱਦਾਂ ਦਾ ਨਾਮ ਹੁੰਦਾ ਸਾਡੇ ਤੇ ਉਹਦਾ ਅਸਰ ਪ੍ਰਭਾਵ ਪੈਣਾ ਵੀ ਸ਼ੁਰੂ ਹੋ ਜਾਂਦਾ ਹੈ। ਬਾਪ ਨੇ ਸੁਣਿਆ ਤਾਂ ਬਾਪ ਕਹਿੰਦਾ ਜੇ ਹਿੰਸਕ ਰੱਖ ਦਿੱਤਾ ਫਿਰ ਤਾਂ ਬਣੇਗਾ ਹੀ ਹਥਿਆਰਾ। ਮੈਂ ਇਹਦਾ ਨਾਮ ਅਹਿੰਸਕ ਰੱਖਣਾ ਹੈ। ਅਹਿੰਸਕ ਦਾ ਮਤਲਬ ਜਿਹੜਾ ਖੂਨ ਖਰਾਬਾ ਨਹੀਂ ਕਰਦਾ। ਇਸ ਲਈ ਬਚਪਨ 'ਚ ਉਹਦਾ ਨਾਮ ਰੱਖਿਆ ਗਿਆ ਅਹਿੰਸਕ। ਔਰ ਵਾਕਈ ਉਹ ਬੱਚਾ ਜਿੱਦਾਂ ਬੜਾ ਹੋਣ ਲੱਗਾ, ਬੜਾ ਹੋਣਹਾਰ ਸੀ, ਬੜੀ ਉੱਚ ਬੁੱਧੀ ਦਾ ਮਾਲਿਕ ਸੀ, ਉਹ ਸਵਾਮੀ ਸੀ। ਹੁਣ ਬਾਪ ਦੇ ਮਨ 'ਚ ਆਇਆ ਕਿ ਅਗਰ ਇਹਨੂੰ ਅੱਛੇ ਗੁਰੂ ਦੀ ਸੰਗਤ 'ਚ ਭੇਜ ਦੇਵਾਂ, ਵੇਦਾਂ ਸ਼ਾਸਤਰਾਂ ਦਾ ਗਿਆਨ ਦੇ ਦਿੱਤਾ ਜਾਵੇ, ਤਾਂ ਸ਼ਾਇਦ ਇਹਦਾ ਧਿਆਨ ਜਿਹੜਾ ਹੈ ਉਹ ਅੱਛਾਈ ਦੀ ਤਰਫ ਚਲਾ ਜਾਵੇਗਾ। ਔਰ ਜੋ ਪੰਡਤਾਂ ਜੋਤਸ਼ੀਆਂ ਨੇ ਕਿਹਾ ਹੈ, ਪੁਰੋਹਿਤਾਂ ਨੇ ਕਿਹਾ ਹੈ ਕਿ ਹਥਿਆਰਾ ਬਣੇਗਾ, ਨਹੀਂ ਬਣੇਗਾ। ਯਾਨੀ ਹੁਣ ਬਾਪ ਨੂੰ ਤਾਂ ਹੁੰਦਾ ਕਿ ਇਹ ਹੱਤਿਆ ਕਰੇਗਾ, ਇਹਨਾਂ ਫਾਂਸੀ ਚੜ ਜਾਣਾ ਹੈ, ਮਰ ਜਾਣਾ ਹੈ। ਤਾਂ ਹੁਣ ਕਿਹੜਾ ਬਾਪ ਚਾਹੁੰਦਾ ਮੇਰੇ ਬੱਚੇ ਦੀ ਜ਼ਿੰਦਗੀ ਐਸੀ ਹੋਵੇ? ਉਹ ਤਾਂ ਕੋਸ਼ਿਸ਼ ਕਰਦਾ ਹੀ ਹੈ ਕੁਝ ਐਸਾ ਕੀਤਾ ਜਾਵੇ ਬੱਚੇ ਦਾ ਜੀਵਨ ਬਦਲ ਜਾਵੇ। ਇਸ ਲਈ ਬਾਪ ਨੇ ਆਪਣੇ ਬੇਟੇ ਅਹਿੰਸਕ ਨੂੰ ਇੱਕ ਆਸ਼ਰਮ ਸੀ ਜਿੱਥੇ ਵੇਦਾਂ ਸ਼ਾਸਤਰਾਂ ਦਾ ਗਿਆਨ ਦਿੱਤਾ ਜਾਂਦਾ ਸੀ, ਵੇਦ ਸ਼ਾਸਤਰ ਪੜ੍ਹਾਏ ਜਾਂਦੇ ਸੀ, ਔਰ ਨਾਲ ਸ਼ਸਤਰ ਵਿਦਿਆ ਵੀ ਸਿਖਾਈ ਜਾਂਦੀ ਸੀ। ਸ਼ਸਤਰ ਵਿਦਿਆ ਯਾਨੀ ਤਲਵਾਰ ਚਲਾਣੀ, ਤੀਰ ਚਲਾਣਾ,
भाला चलाना। हुण बाप ने अपने बेटे अहिंसक नूं उस गुरुकुल भेज दिता और ਉਹਦੀ ਉੱਥੇ पढ़ाई शुरू हो गई। वेदां नूं पढ़न लग गया, शास्त्रां नूं पढ़न लग गया, अस्त्र शस्त्र भी सीखण लग गया। पर ਉਹ ਅਹਿੰਸਕ ਸੀਗਾ ਬੜਾ ਹੋਣਹਾਰ, बुद्धि उच्च बड़ी सी, अकल बहुत सी। देखदियां देखदियां ਜਿਹੜੇ ਬੱਚੇ ਜਿਹੜੀ ਚੀਜ਼ ਕਈ ਸਾਲਾਂ 'ਚ ਸਿੱਖਦੇ ਸੀ ਉਹ ਕੁਝ ਮਹੀਨਿਆਂ 'ਚ ਹੀ ਸਿੱਖ ਲੈਂਦਾ ਸੀ। ਹੌਲੀ ਹੌਲੀ ਉਸਨੇ ਸਾਰੇ ਵੇਦਾਂ ਦਾ ਗਿਆਨ ਲੈ ਲਿਆ, ਸ਼ਾਸਤਰਾਂ ਦਾ ਗਿਆਨ ਲੈ ਲਿਆ। ਜਦੋਂ ਉਹਦੀ ਉਮਰ 18 ਸਾਲ ਤੋਂ ਉੱਪਰ ਹੋਈ ਹੁਣ ਤਾਂ ਉਸ ਵੇਲੇ ਜਿਹੜਾ ਉਹਦਾ ਟੀਚਰ ਸੀ, ਗੁਰੂ ਸੀ, ਹੁਣ ਇੱਥੇ ਟੀਚਰ ਕਿਉਂ ਕਹਿ ਰਹੇ ਹਾਂ ਕਿਉਂਕਿ ਐਸੇ ਇਨਸਾਨ ਨੂੰ ਗੁਰੂ ਕਹਿਣਾ ਵੀ ਠੀਕ ਨਹੀਂ ਲੱਗਦਾ, ਪਰ ਕਹਿਣਾ ਪੈਂਦਾ ਗੁਰੂ ਦਾ ਆਸ਼ਰਮ ਸੀ ਜਿੱਥੇ ਸਾਰੇ ਸਿੱਖਿਆ ਲੈ ਰਹੇ ਸੀ। ਹੁਣ ਗੁਰੂ ਨੇ ਜਦੋਂ ਦੇਖਿਆ ਕਿ ਇਹ ਤਾਂ ਇੰਨਾ ਹੋਣਹਾਰ ਹੈ ਕਿ ਇਹ ਤਾਂ ਮੇਰੇ ਤੋਂ ਵੀ ਅੱਛਾ ਬਖਤਾ ਬਣ ਸਕਦਾ ਹੈ, ਇਹਦੇ ਸਾਹਮਣੇ ਤਾਂ ਮੈਂ ਵੀ ਛੋਟਾ ਹਾਂ। ਜਿਹਦਾ ਕਈ ਵਾਰ ਇੱਕ ਟੀਚਰ ਹੁੰਦਾ ਨਾ, ਉਹ ਤਾਂ ਟੀਚਰ ਰਹਿੰਦਾ ਹੈ ਤਾਂ ਬੱਚਾ ਬੜਾ ਅਫਸਰ ਬਣ ਜਾਂਦਾ, ਕੋਈ ਜੱਜ ਬਣ ਜਾਂਦਾ, ਕਿਉਂਕਿ ਟੀਚਰ ਪੜ੍ਹਾਉਂਦਾ ਹੈ ਤਾਂ ਬੱਚਾ ਆਪਣੀ ਬੁੱਧੀ ਅਨੁਸਾਰ ਉਸ ਤੋਂ ਵੀ ਕਈ ਗੁਣਾ ਉੱਪਰਲੀ ਪੋਸਟ ਤੇ ਬੈਠ ਜਾਂਦਾ ਹੈ। ਤਾਂ ਕੁਝ ਐਸੇ ਵਿਦਿਆਰਥੀ ਵੀ ਸੀ ਜਿਹੜੇ ਅਹਿੰਸਕ ਤੋਂ ਜਲਨ ਕਰਦੇ ਸੀ ਕਿ ਇੰਨੀ ਜਲਦੀ ਅੱਗੇ ਕਿੱਦਾਂ ਵਧ ਰਿਹਾ ਹੈ। ਹੁਣ ਇਹਨੂੰ ਇਦਾਂ ਵੀ ਕਹਿ ਸਕਦੇ ਹਾਂ ਜਿੱਦਾਂ ਅੱਜ ਕੱਲ੍ਹ ਦੇ ਸਕੂਲਾਂ ਦੇ ਨਜ਼ਰੀਏ ਨਾਲ ਕਿ ਜਿਹੜੇ ਬੱਚੇ ਪਹਿਲੀ 'ਚ ਪੜ੍ਹ ਰਹੇ ਹੈ ਉਹ ਪਹਿਲੀ 'ਚੋਂ ਪੜ੍ਹਦਾ ਪਹਿਲੀ 5ਵੀਂ 'ਚ ਤਾਂ ਦੂਜੇ ਹਾਲੇ ਦੂਜੀ 'ਚ ਪਹੁੰਚੇ ਹੈ, ਉਹ 5ਵੀਂ ਤੱਕ ਪਹੁੰਚ ਗਿਆ। ਤਾਂ ਹੁਣ ਜਿਹੜਾ ਇਕੱਠੇ ਸ਼ੁਰੂ ਕੀਤਾ ਹੋਵੇ, ਇੱਕ ਇੱਥੇ ਪਹੁੰਚ ਜਾਵੇ, ਇੱਕ ਉੱਥੇ ਹੀ ਰਵੇ, ਉਹਦੇ ਮਨ 'ਚ ਜਲਨ ਤਾਂ ਆਉਂਦੀ ਹੈ। ਇਹ ਕਿੱਦਾਂ ਅੱਗੇ ਵਧ ਗਿਆ? ਉਹਨਾਂ ਨੇ ਗੁਰੂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਮਹਾਰਾਜ ਅਸੀਂ ਸੁਣਿਆ ਹੈ, ਇਹ ਤਾਂ ਕਹਿੰਦਾ ਮੈਂ ਤਾਂ ਗੁਰੂ ਤੋਂ ਵੀ ਉੱਪਰ ਗਿਆਨੀ ਹਾਂ, ਗੁਰੂ ਵੀ ਮੇਰੇ ਸਾਹਮਣੇ ਕੁਛ ਨਹੀਂ ਹੈ। ਇਹ ਤਾਂ ਗੁਰੂ ਨੂੰ ਵੀ ਲੱਗਦਾ ਸੀ ਕਿ ਵਾਕਈ ਬਹੁਤ ਬੁੱਧੀਮਾਨ ਹੈ, ਕਿਉਂਕਿ ਮੈਂ ਉਹ ਵੇਦ ਯਾਦ ਨਹੀਂ ਕਰ ਸਕਿਆ ਜਿਹਨੂੰ ਇਹਨਾਂ ਬੜੀ ਆਸਾਨੀ ਨਾਲ ਯਾਦ ਕਰ ਲਿਆ। ਕਿਉਂਕਿ ਕੁਝ ਬੱਚਿਆਂ ਦੀ ਮੈਮਰੀ ਇੰਨੀ ਹੁੰਦੀ ਹੈ ਕਿ ਉਹ ਬੜੀ ਜਲਦੀ ਹਰ ਚੀਜ਼ ਨੂੰ ਯਾਦ ਕਰ ਲੈਂਦੇ ਆ। ਹੁਣ ਕਿਹਾ ਜਾਂਦਾ ਹੈ ਕਿ ਸ਼ਾਸਤਰਾਂ ਦਾ ਗਿਆਨ ਅਹਿੰਸਕ ਨੂੰ ਹੋ ਗਿਆ, ਅੱਛੀ ਸ਼ਸਤਰ ਵਿਦਿਆ ਦਾ ਗਿਆਨ ਹੋ ਗਿਆ। ਹੁਣ ਜਦੋਂ ਉਹਦੀ ਸਿੱਖਿਆ ਪੂਰਨ ਹੋ ਗਈ, ਉਹੀ 20-22 ਸਾਲ ਦਾ ਹੋਇਆ, ਹੁਣ ਵਕਤ ਆ ਗਿਆ ਗੁਰੂ ਦਕਸ਼ਣਾ ਦੇਣ ਦਾ, ਕਿਉਂਕਿ ਟਾਈਮ ਹੁੰਦਾ ਸੀ ਉਸ ਸਮੇਂ ਗੁਰੂ ਦਕਸ਼ਣਾ ਦੇਣ ਦਾ। ਤਾਂ ਗੁਰੂ ਅੰਦਰੋਂ ਹੀ ਅੰਦਰ ਇਹ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਇਹਦਾ ਭਵਿੱਖ ਖਰਾਬ ਕੀਤਾ ਜਾਵੇ, ਕਿਤੇ ਇਹ ਨਾ ਹੋਵੇ ਇਹ ਮੇਰੀ ਆਸ਼ਰਮ ਤੇ ਕਬਜ਼ਾ ਕਰਕੇ ਬਹਿ ਜਾਵੇ ਜਾਂ ਆਪਣਾ ਆਸ਼ਰਮ ਖੋਲ ਲਵੇ ਤਾਂ ਵਿਦਿਆਰਥੀ ਇਹਦੇ ਕੋਲ ਜਾਣਾ ਸ਼ੁਰੂ ਕਰ ਦੇਣ, ਕਿਉਂਕਿ ਬੜਾ ਹੋਣਹਾਰ ਹੈ। ਇਸ ਲਈ ਅਸੀਂ ਕਿਹਾ ਕਿ ਇਹ ਵੀ ਕੋਈ ਗੁਰੂ ਦਰੋਣ ਵਰਗਾ ਹੀ ਸੀ। ਹੁਣ ਇੱਥੇ ਗੁਰੂ ਨੇ ਕੀ ਕਿਹਾ? ਜਦੋਂ ਅਹਿੰਸਕ ਨੇ ਮੰਗਿਆ ਕਿ ਸਤਿਗੁਰੂ ਦੱਸੋ ਹੁਣ ਮੇਰੀ ਸਿੱਖਿਆ ਪੂਰੀ ਹੋ ਗਈ ਹੈ, ਮੈਂ ਆਪਣੇ ਘਰ ਜਾਣਾ ਹੈ, ਤਾਂ ਮੈਂ ਤੁਹਾਨੂੰ ਕੀ ਗੁਰੂ ਦਕਸ਼ਣਾ ਦੇਵਾਂ? ਤਾਂ ਗੁਰੂ ਦੇ ਡਰ ਨੇ ਇੰਨਾ ਡਰਾ ਦਿੱਤਾ ਕਿ ਉਹਨਾਂ ਕਿਹਾ ਬੇਟਾ ਮੈਨੂੰ ਗੁਰੂ ਦਕਸ਼ਣਾ ਵਿੱਚ 1000 ਬੰਦੇ ਦੀ ਉਂਗਲੀ ਚਾਹੀਦੀ ਹੈ, ਔਰ ਉਹ ਹਰ ਉਂਗਲੀ ਅਲੱਗ ਬੰਦੇ ਦੀ ਹੋਵੇ। ਇਹ ਨਹੀਂ ਕਿ ਇੱਕ ਬੰਦੇ ਨੂੰ ਮਾਰਿਆ ਤਾਂ 10 ਉਂਗਲੀਆਂ ਉਹਦੀਆਂ ਵੱਢ ਲਵਾਂ। ਮੈਨੂੰ ਗੁਰੂ ਦਕਸ਼ਣਾ ਵਿੱਚ 1000 ਬੰਦੇ ਦੀ ਉਂਗਲੀ ਚਾਹੀਦੀ, ਔਰ ਉਂਗਲੀ ਅਲੱਗ-ਅਲੱਗ ਇਨਸਾਨ ਦੀ ਹੋਣੀ ਚਾਹੀਦੀ ਹੈ। ਜਦੋਂ ਤੂੰ ਉਹਨਾਂ ਉਂਗਲੀਆਂ ਦੀ ਮਾਲਾ ਲਿਆ ਕੇ ਮੇਰੇ ਚਰਨਾਂ 'ਚ ਰੱਖੇਗਾ, ਉਹ ਹੋਏਗੀ ਤੇਰੀ ਗੁਰੂ ਦਕਸ਼ਣਾ। ਕਿਉਂਕਿ ਗੁਰੂ ਡਰਿਆ ਹੋਇਆ ਸੀ, ਗੁਰੂ ਨੂੰ ਪਤਾ ਸੀ ਕਿ ਆਸ਼ਰਮ ਦੇ ਅਸੂਲਾਂ ਨਾਲ ਮੈਂ ਇਹਨੂੰ ਮਾਰ ਨਹੀਂ ਸਕਦਾ ਜਾਂ ਇਹਨੂੰ ਕੋਈ ਸਜ਼ਾ ਨਹੀਂ ਦੇ ਸਕਦਾ, ਪਰ ਅਗਰ ਮੈਂ ਇਹਨੂੰ ਇਦਾਂ ਦੇ ਮਾਰਗ ਤੇ ਤੋਰ ਦੇਵਾਂ ਜਿੱਥੇ ਹਿੰਸਾ ਕਰੇ, ਲੋਕਾਂ ਦੀ ਹੱਤਿਆ ਕਰੇ, ਲੋਕਾਂ ਨੂੰ ਮਾਰੇ ਜਾਂ ਲੋਕਾਂ ਦੀਆਂ ਉਂਗਲੀਆਂ ਵੱਢੇ, ਤਾਂ ਫਿਰ ਰਾਜਾ ਪਕੜ ਕੇ ਇਹਨੂੰ ਸਜ਼ਾ ਜ਼ਰੂਰ ਦੇਗਾ, ਇਹਦਾ ਪੂਰਾ ਫਿਊਚਰ ਖਰਾਬ ਹੋ ਜਾਏਗਾ, ਭਵਿੱਖ ਖਰਾਬ ਹੋ ਜਾਏਗਾ, ਫਿਰ ਇਹ ਮੇਰੇ ਮੁਕਾਬਲੇ 'ਚ ਨਹੀਂ ਕਦੀ ਆ ਸਕਦਾ। ਉਸ ਲਈ ਕਹਿੰਦੇ ਅਹਿੰਸਕ ਦੇ ਮਨ ਦੇ ਵਿੱਚ ਬੜੀ ਦੁਵਿਧਾ ਆ ਗਈ ਕਿ ਗੁਰੂਦੇਵ ਤੁਸੀਂ ਮੈਨੂੰ ਲੋਕਾਂ ਨੂੰ ਮਾਰਨ ਨੂੰ ਕਹਿ ਰਹੇ ਹੋ, ਉਂਗਲੀਆਂ ਵੱਢਣ ਨੂੰ ਕਹਿ ਰਹੇ ਹੋ, ਕਿਉਂਕਿ ਖੁਸ਼ੀ ਨਾਲ ਤਾਂ ਕਿਸੇ ਨੇ ਆਪਣੀ ਉਂਗਲੀ ਦੇਣੀ ਨਹੀਂ ਮੈਨੂੰ, ਮੈਂ ਕਿਸੇ ਨੂੰ ਕਹੂੰਗਾ ਭਾਈ ਆਪਣੀ ਉਂਗਲੀ ਦੇ ਦਿਓ। ਇੰਨਾ ਤਾਂ ਉਹ ਵੀ ਸਮਝਦਾ ਸੀ, ਗਿਆਤਾ ਸੀ ਵੇਦਾਂ ਦਾ, ਸ਼ਾਸਤਰਾਂ ਦਾ, ਕਿ ਮੈਂ ਕਿਸੇ ਨੂੰ ਕਹੂੰਗਾ ਭਾਈ ਮੈਨੂੰ ਗੁਰੂ ਨੂੰ ਦਕਸ਼ਣਾ ਦੇਣ ਵਾਸਤੇ ਤੁਹਾਡੀ ਉਂਗਲੀ ਚਾਹੀਦੀ ਹੈ, ਆਪਣੀ ਉਂਗਲੀ ਦੇ ਦਿਓ। ਜੇ ਸਤਿਗੁਰੂ ਮੇਰੀ ਉਂਗਲੀ ਮੰਗੋ ਤਾਂ ਉਂਗਲੀ ਕੀ ਤੁਸੀਂ ਸਿਰ ਮੰਗੋ, ਮੈਂ ਸਿਰ ਦੇਣ ਨੂੰ ਤਿਆਰ ਹੈ, ਹੁਣੇ ਲੈ ਲਓ। ਉਹ ਕਹਿੰਦੇ ਨਹੀਂ ਤੇਰਾ ਮੈਂ ਕੀ ਕਰਨਾ ਹੈ, ਮੈਨੂੰ ਤਾਂ 1000 ਬੰਦੇ ਦੀ ਉਂਗਲੀ ਚਾਹੀਦੀ ਹੈ, ਉਹ ਮੇਰੀ ਗੁਰੂ ਦਕਸ਼ਣਾ ਹੋਏਗੀ। ਇਸ ਲਈ ਸਮਝ ਲੈ ਜਦੋਂ ਤੂੰ ਉਹ ਲਿਆ ਕੇ ਮਾਲਾ ਮੇਰੇ ਚਰਨਾਂ 'ਚ ਰੱਖੇਗਾ ਉਦੋਂ ਤੇਰੀ ਗੁਰੂ ਦਕਸ਼ਣਾ ਮੈਨੂੰ ਕਬੂਲ ਹੋਏਗੀ। ਔਰ ਹਿੰਸਕ ਫਿਕਰ ਨਾ ਕਰ, ਇਹ ਮੈਂ ਤੇਤੋਂ ਨਹੀਂ ਮੰਗਿਆ, ਇਹ ਪਰਸ਼ੂਰਾਮ ਦੇ ਪਿਤਾ ਨੇ ਵੀ ਗੁਰੂ ਦਕਸ਼ਣਾ ਵਿੱਚ ਪਰਸ਼ੂਰਾਮ ਤੋਂ ਮੰਗਿਆ ਸੀ ਕਿ ਆਪਣੀ ਮਾਂ ਦਾ ਸਿਰ ਲਿਆ ਕੇ ਦੇ, ਤਾਂ ਪਰਸ਼ੂਰਾਮ ਨੇ ਆਪਣੇ ਗੁਰੂ ਨੂੰ ਦਕਸ਼ਣਾ ਦੇਣ ਵਾਸਤੇ ਆਪਣੀ ਮਾਂ ਦਾ ਸਿਰ ਉੱਥੇ ਵੱਢ ਦਿੱਤਾ ਸੀ। ਇਹ ਵੀ ਕਹਾਣੀ ਕਿਸੇ ਦਿਨ ਫੇਰ ਦੱਸਾਂਗੇ। ਪਰਸ਼ੂਰਾਮ ਜਿਨ੍ਹਾਂ ਨੂੰ 6ਵੇਂ ਅਵਤਾਰ ਕਿਹਾ ਜਾਂਦਾ ਵਿਸ਼ਨੂੰ ਦੇ, ਜੋ ਸ਼੍ਰੀ ਰਾਮ ਦੇ ਸਮੇਂ ਸੀ, ਪਰਸ਼ੂਰਾਮ ਕਹਿੰਦੇ ਉਹਨੂੰ ਵੀ ਗੁਰੂ ਦਕਸ਼ਣਾ ਵਿੱਚ ਬਾਪ ਨੇ ਕਿਹਾ ਸੀ,
ਬਾਪ ਹੀ ਜਦ ਮੰਗਣੀ ਉਹਨਾਂ ਦੇ ਪ੍ਰਿਸ਼ੀ ਸੀ, ਜਿਹੜੇ ਉਹਨਾਂ ਦੇ ਪਿਤਾ ਵੀ ਸੀ ਤਾਂ ਗੁਰੂ ਵੀ ਸੀ, ਕਹਿੰਦੇ ਮੈਨੂੰ ਜਦੋਂ ਸਿੱਖਿਆ ਪੂਰੀ ਹੋਈ ਆਪਣੀ ਮਾਂ ਦਾ ਸਿਰ ਲਿਆ ਕੇ ਦੇ। ਤਾਂ ਉਹਨਾਂ ਨੇ ਇੱਕ ਵਾਰ ਨਹੀਂ ਸੋਚਿਆ ਗਏ, ਪਰ ਬਾਅਦ ਚੋਂ ਬਾਪ ਨੇ ਖੁਸ਼ ਹੋ ਕੇ ਪੁੱਛਿਆ ਕਿ ਪਰਸ਼ੂਰਾਮ ਮੈਂ ਤੇ ਤੋਂ ਬਹੁਤ ਖੁਸ਼ ਹਾਂ, ਮੈਂ ਸਿਰ ਮੰਗਿਆ ਸੀ ਔਰ ਤੂੰ ਆਪਣੀ ਮਾਂ ਦਾ ਸਿਰ ਲਿਆ ਦਿੱਤਾ, ਬੇਟਾ ਮੈਂ ਬਹੁਤ ਖੁਸ਼ ਹਾਂ, ਮੰਗ ਕੀ ਮੰਗਣਾ ਹੈ? ਤਾਂ ਦੁਬਾਰਾ ਹੱਥ ਜੋੜ ਕੇ ਹੀ ਮੰਗ ਲਿਆ ਕਿ ਫਿਰ ਮਾਂ ਨੂੰ ਦੁਬਾਰਾ ਜਿੰਦੀ ਕਰ ਦਿਓ। ਤਾਂ ਫਿਰ ਉਹਨੂੰ ਦੁਬਾਰਾ ਜੀਵਨ ਦਿੱਤਾ ਗਿਆ ਸੀ। ਇਹ ਵੀ ਕਹਾਣੀ ਬੜੀ ਲੰਬੀ ਹੈ, ਪਰ ਇੱਥੇ ਤਾਂ ਗੱਲ ਚੱਲ ਰਹੀ ਹੈ ਕਿਹਦੀ? ਅਹਿੰਸਕ ਦੀ, ਉਂਗਲੀ ਮਾਲ ਦੀ। ਜਦੋਂ ਇਦਾਂ ਦੀਆਂ ਮਿਸਾਲਾਂ ਗੁਰੂ ਨੇ ਦਿੱਤੀਆਂ ਤਾਂ ਉਸ ਵੇਲੇ ਅਹਿੰਸਕ ਦੇ ਮਨ 'ਚ ਆਇਆ ਕਿ ਹੁਣ ਗੁਰੂ ਦਕਸ਼ਨਾ ਤਾਂ ਦੇਣੀ ਪਏਗੀ। ਇਹ ਸੋਚ ਕੇ ਪਹਿਲਾਂ ਉਹਨਾਂ ਕੋਸ਼ਿਸ਼ ਕੀਤੀ ਪਿਆਰ ਨਾਲ ਹੀ ਲੋਕਾਂ ਕੋਲੋਂ ਮੰਗਣ ਦੀ, ਪਰ ਹੁਣ ਕਿਹੜਾ ਆਪਣੀ ਉਂਗਲੀ ਦੇਵੇ? ਕੋਈ ਆਵੇ ਤੁਹਾਡੇ ਕੋਲ, ਭਾਜੀ ਮੈਂ ਗੁਰੂ ਨੂੰ ਉਂਗਲੀਆਂ ਦੀ ਮਾਲਾ ਦੇਣੀ ਹੈ, 1000 ਉਂਗਲੀ, ਇੱਕ ਉਂਗਲੀ ਵੱਢ ਲਵਾਂ ਤੁਹਾਡੀ, ਤਾਂ ਤੁਸੀਂ ਤਿਆਰ ਹੋਵੋਗੇ? ਨਹੀਂ। ਪੈਸਾ ਕੋਈ ਮੰਗੇਗਾ ਤੁਸੀਂ ਤਿਆਰ ਹੋ ਜਾਓਗੇ, ਕੋਈ ਚੀਜ਼ ਖਾਣ ਨੂੰ ਮੰਗੇਗਾ ਬੰਦਾ ਦੇ ਦੇਗਾ, ਲੈ ਭਾਈਆ ਰੋਟੀ ਲੈ ਲੈ, ਕੱਪੜਾ ਲੈ ਲੈ, ਕੰਬਲੀ ਲੈ ਲੈ, ਜਾਂ ਗੁਰੂ ਨੂੰ ਦੇਣਾ ਆਹ ਚੀਜ਼ ਲੈ ਲੈ। ਪਰ ਜਦੋਂ ਗੱਲ ਉਂਗਲੀ ਦੀ ਆਵੇ, ਹੁਣ ਗੁਰੂ ਦਕਸ਼ਨਾ ਦੇਣੀ ਵੀ ਜ਼ਰੂਰੀ ਹੈ। ਫਿਰ ਉਸ ਵੇਲੇ ਅਹਿੰਸਕ ਨੇ ਤਲਵਾਰ ਉਠਾਈ ਆਪਣੇ ਗੁਰੂ ਨੂੰ ਦਕਸ਼ਨਾ ਦੇਣ ਵਾਸਤੇ, ਨਹੀਂ ਤਾਂ ਹੋਰ ਕੋਈ ਰੀਜ਼ਨ ਨਹੀਂ ਸੀ 100 ਉਂਗਲੀਆਂ ਦੀ ਮਾਲਾ ਤਿਆਰ ਕਰਨ ਦਾ। ਇਹ ਪੜ੍ਹ ਕੇ ਦੇਖਿਓ, ਇਤਿਹਾਸ 'ਚ ਲਿਖੀ ਕਥਾ ਹੈ, ਇਹ ਕੋਈ ਆਪਣੇ ਕੋਲ ਬਣਾ ਕੇ ਨਹੀਂ ਕਹਾਣੀ ਦੱਸ ਰਹੇ ਤੁਹਾਨੂੰ। ਹੁਣ ਜੰਗਲ 'ਚ ਚਲਾ ਗਿਆ ਅਹਿੰਸਕ, ਔਰ ਅਹਿੰਸਕ ਜਦੋਂ ਜੰਗਲ 'ਚ ਗਿਆ ਤਾਂ ਫਿਰ ਉੱਥੇ ਉਹ ਸਿਲਸਿਲਾ ਸ਼ੁਰੂ ਹੋਇਆ ਗੁਰੂ ਦੀ ਦਕਸ਼ਨਾ ਦੇਣ ਵਾਸਤੇ, ਆਪਣੇ ਨੂੰ ਗੁਰੂ ਦੇ ਰਿਣ ਤੋਂ ਮੁਕਤ ਕਰਨ ਵਾਸਤੇ। ਉਹਨਾਂ ਫਿਰ ਆਂਦੇ ਜਾਂਦੇ ਰਾਹੀਆਂ ਨੂੰ ਮਾਰਨਾ ਸ਼ੁਰੂ ਕੀਤਾ। ਇੱਕ ਬੰਦੇ ਨੂੰ ਮਾਰਦਾ ਸੀ, ਉਹਦੀ ਉਂਗਲੀ ਵੱਢ ਕੇ, ਪਹਿਲਾਂ ਕੀ ਕਰਦਾ ਸੀ, ਉਹਦੀ ਉਂਗਲੀ ਵੱਢ ਕੇ ਇੱਕ ਜਗ੍ਹਾ ਰੱਖ ਦਿੰਦਾ ਸੀ। ਪਰ ਫਿਰ ਕਈ ਵਾਰਾਂ ਕੀ ਹੋਣਾ, ਜਦੋਂ ਕਿਤੇ ਰੱਖੀ ਹੋਣੀ ਕਿਸੇ ਜਾਨਵਰ ਨੇ, ਕਿਸੇ ਪੰਛੀ ਨੇ ਆ ਕੇ, ਹੁਣ ਤੁਹਾਨੂੰ ਪਤਾ ਹੀ ਹੈ ਚੀਲ, ਕਊਏ, ਜਾਨਵਰ ਕਈ ਤਰ੍ਹਾਂ ਦੇ ਹੁੰਦੇ ਆ, ਪੰਛੀ ਕਈ ਤਰ੍ਹਾਂ ਦੇ ਹੁੰਦੇ, ਉਹਨਾਂ ਨੇ ਉਂਗਲੀ ਚੱਕ ਕੇ ਲੈ ਜਾਣੀ, ਫਿਰ ਉਹਨੂੰ ਪਰੇਸ਼ਾਨੀ ਹੋਣੀ, ਹੁਣ ਇੱਕ ਬੰਦਾ ਹੋਰ ਮਾਰਨਾ ਪੈਣਾ। ਇਸ ਕਰਕੇ ਫਿਰ ਉਹਨਾਂ ਕੀ ਕੀਤਾ ਕਿ ਡੋਰ ਲੈ ਲਈ, ਜਿਹਨੂੰ ਵੀ ਮਾਰਦਾ ਸੀ ਉਹਦੀ ਉਂਗਲੀ ਪਰੋ ਕੇ ਗਲ 'ਚ ਹੀ ਪਾ ਲੈਂਦਾ ਸੀ, ਤਾਂ ਕਿ ਮੇਰੇ ਕੋਲ ਰਵੇ, ਕੋਈ ਜਾਨਵਰ ਇਹਨੂੰ ਖਾਵੇ ਨਾ, ਕੋਈ ਪੰਛੀ ਇਹਨੂੰ ਲਿਜਾਵੇ ਨਾ, ਕਿਉਂਕਿ ਜਿੰਨੀ ਜਲਦੀ ਇਹ ਗਿਣਤੀ ਪੂਰੀ ਹੋਏਗੀ ਉਨੀ ਜਲਦੀ ਮੈਂ ਗੁਰੂ ਦੇ ਰਿਣ ਤੋਂ ਮੁਕਤ ਹੋਊਂਗਾ। ਤਾਂ ਜੇ ਇਹਨੂੰ ਮੈਂ ਕਿਤੇ ਰੱਖ ਦਿੱਤਾ, ਉੱਥੇ ਕੀੜੀਆਂ ਮਕੌੜੇ, ਕੋਈ ਜਾਨਵਰ ਪਸ਼ੂ ਪੰਛੀ ਖਾ ਗਏ, ਫਰਜ਼ ਕਰੋ 10 ਉਂਗਲੀਆਂ ਕੋਈ ਹੋਰ ਖਾ ਗਿਆ, ਤਾਂ ਮੈਨੂੰ 10 ਬੰਦੇ ਜ਼ਿਆਦਾ ਮਾਰਨੇ ਪੈਣਗੇ। ਇਸ ਲਈ ਮਾਲਾ ਪਿਰਾਉਣ ਦਾ ਵੀ ਇਹ ਕਾਰਨ ਸੀ। ਹੁਣ ਅਹਿੰਸਕ ਨੇ ਉਂਗਲੀ ਨੂੰ ਪਰੋ ਕੇ ਗਲ 'ਚ ਪਾ ਲੈਣਾ, ਇੱਥੋਂ ਉਹਦਾ ਨਾਮ ਪੈ ਗਿਆ ਉਂਗਲੀ ਮਾਲ। ਕਿਉਂਕਿ ਜੇ ਨਾ ਵੀ ਦੇਖਣਾ ਭਾਈ, ਉਹ ਬੰਦੇ ਨੂੰ ਮਾਰ ਕੇ ਉਹਦੀ ਉਂਗਲੀ ਵੱਢ ਕੇ ਗਲ 'ਚ ਪਾ ਲੈਂਦਾ ਮਾਲਾ, ਯਾਨੀ ਉਂਗਲੀ ਮਾਲ। ਮਾਲ ਦਾ ਮਤਲਬ ਮਾਲਾ, ਉਂਗਲੀ, ਯਾਨੀ ਉਂਗਲੀਆਂ ਦੀ ਮਾਲਾ ਪਾਉਣ ਵਾਲਾ। ਉਹ ਅਹਿੰਸਕ ਬਣ ਗਿਆ ਉਂਗਲੀ ਮਾਲ, ਖਤਰਨਾਕ ਹਥਿਆਰਾ। ਹੁਣ ਜਿੱਦਾਂ ਜਿੱਦਾਂ ਉਹ ਲੋਕਾਂ ਨੂੰ ਮਾਰਨ ਲੱਗਾ, ਹੁਣ ਜਦੋਂ ਇੱਕ ਕੰਮ ਬੰਦਾ ਨੇ ਰੋਜ਼ ਕਰਨਾ ਤਾਂ ਉਹਦਾ ਦਿਲ ਵੀ ਉਦਾਂ ਦਾ ਕਠੋਰ ਪੱਥਰ ਹੁੰਦਾ ਹੋ ਜਾਂਦਾ ਹੈ। ਹੁਣ ਹੌਲੀ ਹੌਲੀ, ਕਿਉਂਕਿ 1000 ਬੰਦੇ ਦੀ ਗਿਣਤੀ ਕੋਈ ਥੋੜੀ ਨਹੀਂ ਹੁੰਦੀ, ਇੰਨੇ ਬੰਦਿਆਂ ਨੂੰ ਮਾਰਨਾ, ਉਹਦਾ ਦਿਲ ਪੱਥਰ ਦੀ ਤਰ੍ਹਾਂ ਹੋ ਗਿਆ। ਮਾਤਾ ਪਿਤਾ ਨੂੰ ਵੀ ਬੜਾ ਅਫਸੋਸ ਹੋਇਆ ਕਿ ਵਾਕਈ ਜੋ ਜੋਤਸ਼ੀ ਨੇ ਕਿਹਾ ਸੀ ਇਹਨਾਂ ਬੜੀ ਹਿੰਸਾ ਕਰਨੀ, ਹਥਿਆਰਾ ਬਣਨਾ, ਤਾਂ ਬਣ ਗਿਆ। ਔਰ ਹੁਣ ਅੰਤ ਵੀ ਨਜ਼ਰ ਆ ਰਿਹਾ ਕਿ ਉਹਨਾਂ ਕਿਹਾ ਹੈ ਕਿ ਨਾ ਪਕੜਿਆ ਵੀ ਜਾਣਾ ਹੈ ਔਰ ਇਹਦੀ ਮੌਤ ਵੀ ਹੋਣੀ ਹੈ। ਔਰ ਕਹਿੰਦੇ ਬੜੀ ਬੜੀ ਸੈਨਾ ਰਾਜਾ ਭੇਜਦਾ ਸੀ ਉਸ ਵੇਲੇ ਅਹਿੰਸਕ ਨੂੰ ਫੜਨ ਵਾਸਤੇ, ਪਰ ਪਕੜਿਆ ਕਿਉਂ ਨਹੀਂ ਜਾਂਦਾ ਸੀ? ਕਿਉਂਕਿ ਸ਼ਸਤਰ ਵਿਦਿਆ 'ਚ ਬੜਾ ਉਹ ਅੱਛਾ ਯੋਧਾ ਸੀ, ਗੁਰੂ ਦੇ ਆਸ਼ਰਮ 'ਚੋਂ ਨਾ ਬੜੀ ਅੱਛੀ ਸਿੱਖਿਆ ਲਈ ਸੀ, ਔਰ ਜੰਗਲ ਦਾ ਉਹਨੂੰ ਸਾਰਾ ਗਿਆਨ ਸੀ। ਇਸ ਲਈ ਸੈਨਿਕ ਵੀ ਆਉਂਦੇ ਸੀ ਤਾਂ ਉਹ ਸੈਨਿਕਾਂ ਦੀ ਪਕੜ 'ਚ ਨਹੀਂ ਆਉਂਦਾ ਸੀ, ਬਲਕਿ ਉਲਟਾ ਸੈਨਿਕਾਂ ਨੂੰ ਮਾਰ ਕੇ ਉਹਨਾਂ ਦੀ ਉਂਗਲੀ ਵੱਢ ਕੇ ਮਾਲ 'ਚ ਪਾ ਲੈਂਦਾ ਸੀ। ਇਦਾਂ ਦਾ ਸੀ ਉਹ। ਹੁਣ ਫਿਰ ਮੁਲਾਕਾਤ ਹੋਈ ਜਦੋਂ ਮਹਾਤਮਾ ਬੁੱਧ ਦੇ ਨਾਲ। ਹੁਣ ਇੱਥੇ ਲਾਸਟ ਕਹਾਣੀ ਦੇ ਆਖਰੀ ਹਿੱਸੇ ਤੇ ਆਵਾਂਗੇ ਕਿ ਜਦੋਂ ਮਹਾਤਮਾ ਬੁੱਧ ਨਾਲ ਮੁਲਾਕਾਤ ਹੋਈ, ਕਿਉਂਕਿ ਮਹਾਤਮਾ ਬੁੱਧ ਉਸ ਨਗਰ 'ਚ ਆਏ ਜਿੱਥੇ ਉਹ ਉਂਗਲੀ ਮਾਲ ਰਹਿੰਦਾ ਸੀ। ਪਤਾ ਲੱਗਾ ਮਹਾਤਮਾ ਬੁੱਧ ਨੂੰ, ਕਿਉਂਕਿ ਨਗਰ ਵਾਲਿਆਂ ਨੇ ਕਿਹਾ ਮਹਾਰਾਜ ਹੋਰ ਜਿੱਥੇ ਮਰਜ਼ੀ ਜਾਓ, ਜੰਗਲ ਦੀ ਤਰਫ ਨਾ ਜਾਓ, ਕਿਉਂਕਿ ਜੰਗਲ 'ਚ ਬੜਾ ਖੁੰਖਾਰ ਹਥਿਆਰਾ ਰਹਿੰਦਾ ਹੈ ਉਂਗਲੀ ਮਾਲ। ਉਹ ਬੰਦਿਆਂ ਨੂੰ ਮਾਰ ਕੇ ਉਹਦੀ ਉਂਗਲੀ ਵੱਢ ਕੇ ਗਲ 'ਚ ਪਾ ਲੈਂਦਾ ਹੈ। ਇਸ ਲਈ ਬੇਨਤੀ ਹੈ ਤੁਸੀਂ ਉੱਧਰ ਨਾ ਜਾਓ। ਮਹਾਤਮਾ ਬੁੱਧ ਕਹਿੰਦੇ ਜੇ ਤੁਸੀਂ ਨਾ ਦੱਸਦੇ ਤਾਂ ਸ਼ਾਇਦ ਨਾ ਜਾਂਦੇ, ਪਰ ਹੁਣ ਤੁਸੀਂ ਦੱਸ ਦਿੱਤਾ, ਹੁਣ ਤਾਂ ਜਾਣਾ ਹੀ ਹੈ। ਕਿਉਂਕਿ ਜੋ ਇੰਨਾ ਖਤਰਨਾਕ ਹੈ, ਇੰਨਾ ਕ੍ਰੋਧ ਨਾਲ ਭਰਿਆ ਹੋਇਆ ਹੈ, ਕਿਉਂਕਿ ਜਿਹੜਾ ਬੰਦਾ 1000 ਨੂੰ ਮਾਰਨ ਨੂੰ ਤਿਆਰ ਹੈ ਤੇ ਇਹਦਾ ਮਤਲਬ ਉਹ ਬੜਾ ਖਤਰਨਾਕ ਵੀ ਹੈ ਔਰ ਕ੍ਰੋਧ ਨਾਲ ਵੀ ਭਰਿਆ ਹੋਇਆ ਹੈ। ਔਰ ਜਿਹੜਾ ਇੰਨਾ ਖਤਰਨਾਕ ਹੈ, ਕ੍ਰੋਧ ਨਾਲ ਭਰਿਆ ਹੋਇਆ ਹੈ, ਉਹਨੂੰ ਤਾਂ ਕਰੁਣਾ ਦੀ ਜ਼ਰੂਰਤ ਹੈ, ਸ਼ਾਂਤੀ ਦੀ ਜ਼ਰੂਰਤ ਹੈ, ਪ੍ਰੇਮ ਦੀ ਜ਼ਰੂਰਤ ਹੈ। ਇਸ ਲਈ ਮਹਾਤਮਾ ਬੁੱਧ ਤੁਰ ਪਏ ਜੰਗਲ ਦੀ ਤਰਫ। ਇੱਧਰ ਕਿਹਾ ਜਾਂਦਾ ਕਿ ਉਸ ਵੇਲੇ ਤੱਕ 999 ਉਂਗਲੀਆਂ ਦੀ ਮਾਲਾ, ਉਂਗਲੀ ਮਾਲ ਆਪਣੇ ਗਲ 'ਚ ਪਾ ਚੁੱਕਾ ਸੀ। ਇੱਕ ਉਂਗਲੀ ਦੀ ਲੋੜ ਸੀ ਉਹਨੂੰ ਆਪਣੇ ਗੁਰੂ ਦੀ ਦਕਸ਼ਨਾ ਨੂੰ ਪੂਰਾ ਕਰਨ ਵਾਸਤੇ।
ਉਸ ਸਮੇਂ ਮਹਾਤਮਾ ਬੁੱਧ ਨਾਲ ਉਹਦੀ ਮੁਲਾਕਾਤ ਹੋਈ। ਹੁਣ ਉਹ ਪੇੜ ਤੇ ਬੈਠਾ ਦੇਖ ਰਿਹਾ ਹੈ ਕੋਈ ਆ ਰਿਹਾ ਹੈ, ਤਾਂ ਕਿ ਇੱਕ ਉਂਗਲੀ ਹੋਰ ਔਰ ਮੈਂ ਆਪਣੀ ਗੁਰੂ ਰਿਣ ਤੋਂ ਮੁਕਤ ਹੋਵਾਂ। ਇਹ ਮਾਲਾ ਲਿਆ ਕੇ ਗੁਰੂ ਦੇ ਚਰਨਾਂ 'ਚ ਰੱਖਾਂਗੇ, ਲੋ ਤੁਹਾਡੀ ਦਕਸ਼ਨਾ। ਦੇਖਿਆ ਮਹਾਤਮਾ ਬੁੱਧ ਨੂੰ ਆਉਂਦਿਆਂ, ਤਾਂ ਸਾਹਮਣੇ ਉਹ ਮਹਾਤਮਾ ਬੁੱਧ ਆ ਰਹੇ ਹੈ। ਤਾਂ ਇਹਨਾਂ ਜਦੋਂ ਦੇਖਿਆ ਤਾਂ ਕੋਈ ਸੰਨਿਆਸੀ ਹੈ, ਇੱਕ ਸ਼ਾਂਤੀ ਇਹਦੇ ਚਿਹਰੇ ਤੇ। ਪਹਿਲੀ ਵਾਰ ਉਂਗਲੀ ਮਾਲ ਨੂੰ ਉਹ ਸੰਨਿਆਸੀ ਦਾ ਭੇਸ਼ ਦੇਖ ਕੇ ਕਿਹੜੀ ਯਾਦ ਆਈ? ਆਪਣੇ ਪੜ੍ਹੇ ਹੋਏ ਉਹ ਵੇਦ, ਉਹ ਸ਼ਾਸਤਰ, ਆਪਣੇ ਗੁਰੂਕੁਲ 'ਚ ਲਈ ਹੋਈ ਉਹ ਸਿੱਖਿਆ ਦੁਬਾਰਾ ਯਾਦ ਆ ਗਈ। ਕਿਉਂਕਿ ਜਿਹੜੀ ਚੀਜ਼ ਜੋ ਬੰਦਾ ਬਚਪਨ 'ਚ ਗੁਜ਼ਰਿਆ ਹੋਵੇ ਨਾ, ਜਦੋਂ ਉਹ ਚੀਜ਼ ਸਾਹਮਣੇ ਆ ਜਾਵੇ ਤਾਂ ਉਹ ਯਾਦਾਂ ਦਿਮਾਗ 'ਚ ਦੁਬਾਰਾ ਆ ਜਾਂਦੀਆਂ। ਤਾਂ ਹੀ ਤਾਂ ਕਹਿੰਦੇ ਮਹਾਤਮਾ ਬੁੱਧ ਨੇ ਉਹਦੀ ਜ਼ਿੰਦਗੀ ਨੂੰ ਕਿੱਦਾਂ ਬਦਲਿਆ। ਹੁਣ ਇਹੀ ਚੀਜ਼ ਸਮਝਣ ਵਾਲੀ ਹੈ। ਇਹ ਤਾਂ ਕਈ ਵਾਰ ਬੰਦਾ ਕਹਿ ਸਕਦਾ ਹੈ ਕਿ ਲੈ ਜੇ ਇੰਨਾ ਖਤਰਨਾਕ ਹਥਿਆਰਾ ਸੀ ਤਾਂ ਮਹਾਤਮਾ ਬੁੱਧ ਦੀ ਇੱਕੋ ਹੀ ਗੱਲ ਸੁਣ ਕੇ ਕਿੱਦਾਂ ਬਦਲ ਗਿਆ? ਉਹ ਇੰਨਾ ਖਤਰਨਾਕ ਸੀ, ਪਰ ਖਤਰਨਾਕ ਬਣਿਆ ਸੀ ਮਜਬੂਰੀ 'ਚ, ਦਿਲੋਂ ਨਹੀਂ ਉਹ ਹਥਿਆਰਾ ਸੀ। ਉਹ ਤਾਂ ਗੁਰੂ ਦੀ ਦਕਸ਼ਨਾ ਦੇਣ ਵਾਸਤੇ ਉਂਗਲੀ ਮਾਲ ਬਣ ਗਿਆ। ਨਹੀਂ ਤਾਂ ਅੰਦਰ ਤਾਂ ਉਹਦੇ ਹਾਲੇ ਵੀ ਵੇਦਾਂ ਸ਼ਾਸਤਰਾਂ ਦਾ ਉਹ ਗਿਆਨ ਮੌਜੂਦ ਹੈ। ਬਸ ਲੋੜ ਸੀ ਉਹ ਬਾਹਰਲੀ ਬੁਰਾਈ ਦੀ ਪਰਤ ਨੂੰ ਹਟਾ ਕੇ ਉਹਦੇ ਅੰਦਰਲੀ ਅੱਛਾਈ ਨੂੰ ਬਾਹਰ ਲਿਆਉਣ ਦੀ। ਔਰ ਉਹੀ ਕੰਮ ਮਹਾਤਮਾ ਬੁੱਧ ਨੇ ਕੀਤਾ, ਕਿਉਂਕਿ ਨਾ ਬਚਪਨ 'ਚ ਪੜ੍ਹ ਚੁੱਕਾ ਸੀ ਰਿਸ਼ੀਆਂ ਮੁਨੀਆਂ ਦੇ ਕਿੱਸੇ ਵੇਦਾਂ ਸ਼ਾਸਤਰਾਂ ਦੇ ਵਿੱਚ। ਹੁਣ ਜਦੋਂ ਦੇਖਿਆ ਤਾਂ ਕੋਈ ਸੰਨਿਆਸੀ ਹੈ, ਔਰ ਸੰਨਿਆਸੀ ਵੀ ਕੋਈ ਮਾਮੂਲੀ ਨਹੀਂ ਹੈ। ਇਹਦੀ ਚਾਲ ਤੋਂ ਪਤਾ ਲੱਗਦਾ ਹੈ ਇਹ ਨਿਡਰ ਹੈ, ਇਹ ਸ਼ਾਂਤ ਹੈ, ਆਨੰਦ ਨਾਲ ਭਰਿਆ ਹੋਇਆ ਹੈ। ਕਿਉਂਕਿ ਜਿੱਦਾਂ ਦੱਸਿਆ ਕਿ ਬੜਾ ਹੋਣਹਾਰ ਵਿਦਿਆਰਥੀ ਸੀ ਉਂਗਲੀ ਮਾਲ, ਇਸ ਲਈ ਉਹਨੂੰ ਸਮਝ ਸੀ ਕਿ ਕਿਹੜਾ ਸ਼ਾਂਤ ਹੈ ਤਾਂ ਕਿਹੜਾ ਅਸ਼ਾਂਤ ਹੈ, ਕਿਹੜਾ ਪਹਿਰਾਵਾ ਬਾਹਰੋਂ ਹੀ ਹੈ ਤਾਂ ਕਿਹੜਾ ਵਾਕਈ ਸੱਚਾ ਸੰਨਿਆਸੀ ਹੈ। ਕਿਉਂਕਿ ਕਈ ਬਾਹਰੋਂ ਤਾਂ ਪਹਿਰਾਵਾ ਪਾ ਲੈਂਦੇ, ਪਰ ਅੰਦਰ ਉਹਨਾਂ ਦੇ ਉਹ ਸ਼ਾਂਤੀ, ਉਹ ਆਨੰਦ, ਉਹ ਖੁਸ਼ੀ ਹੁੰਦਾ ਹੀ ਨਹੀਂ ਹੈ। ਉਂਗਲੀ ਮਾਲ ਨੇ ਜਦੋਂ ਦੇਖਿਆ ਤਾਂ ਉਹਦਾ ਮਨ ਕੀਤਾ ਕਿ ਨਹੀਂ, ਇਸ ਸੰਨਿਆਸੀ ਨੂੰ ਮੈਂ ਮਾਰਨਾ ਨਹੀਂ ਹੈ। ਇਸ ਲਈ ਉਹਨਾਂ ਚੇਤਾਵਨੀ ਦਿੱਤੀ ਕਿ ਇਹ ਸੰਨਿਆਸੀ ਜਿੱਥੇ ਵੀ ਆ ਰੁਕ ਔਰ ਪਿੱਛੇ ਚਲਾ ਜਾ। ਮੈਂ ਉਂਗਲੀ ਮਾਲ ਹਥਿਆਰਾ ਹਾਂ, ਮੈਂ ਕਸਮ ਖਾਧੀ ਹੈ 1000 ਆਦਮੀ ਨੂੰ ਮਾਰ ਕੇ ਉਹਦੀ ਉਂਗਲੀ ਆਪਣੀ ਗਲ 'ਚ ਪਾਉਣ ਦੀ, ਔਰ ਮੈਂ 999 ਨੂੰ ਮਾਰ ਚੁੱਕਾ ਹਾਂ। ਇੱਕ ਬੰਦੇ ਦੀ ਲੋੜ ਹੈ, ਪਰ ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ, ਤੂੰ ਵਾਪਸ ਚਲਾ ਜਾ। ਉਹ ਰੋਕ ਰਿਹਾ ਹੈ। ਮਹਾਤਮਾ ਬੁੱਧ ਫਿਰ ਚੱਲਦੇ ਆ ਰਹੇ ਆਪਣੀ ਮਸਤ ਚਾਲ ਵਿੱਚ ਮੁਸਕਰਾਉਂਦੇ ਹੋਏ। ਉਹਨਾਂ ਕਿਹਾ ਰੁਕਦੇ ਕਿਉਂ ਨਹੀਂ ਤੁਸੀਂ? ਮਹਾਤਮਾ ਬੁੱਧ ਕਹਿੰਦੇ ਮੈਂ ਤਾਂ ਕਦੋਂ ਦਾ ਰੁਕ ਚੁੱਕਾ ਹਾਂ, ਹੁਣ ਤਾਂ ਤੈਨੂੰ ਰੋਕਣ ਦੀ ਵਾਰੀ ਹੈ। ਪਹਿਲੇ ਲਫ਼ਜ਼ ਮਹਾਤਮਾ ਬੁੱਧ ਦੇ ਕੀ ਸੀ? ਮੈਂ ਤਾਂ ਬਹੁਤ ਸਮਾਂ ਹੋ ਗਿਆ, ਕਈ ਸਾਲ ਪਹਿਲਾਂ ਹੀ ਰੁਕ ਚੁੱਕਾ ਹਾਂ, ਹੁਣ ਤਾਂ ਤੇਰੇ ਰੁਕਣ ਦੀ ਵਾਰੀ ਹੈ। ਕਿਉਂਕਿ ਜਿਸ ਰਸਤੇ ਤੂੰ ਜਾ ਰਿਹਾ ਹਾਂ ਉਹ ਰਸਤਾ ਠੀਕ ਨਹੀਂ ਹੈ, ਹੁਣ ਤੈਨੂੰ ਰੋਕਣ ਆਇਆ। ਹੁਣ ਮਹਾਤਮਾ ਬੁੱਧ ਕਿਸ ਰੁਕਣ ਦੀ ਗੱਲ ਕਰ ਰਿਹਾ? ਸਰੀਰ ਤਾਂ ਉਹਨਾਂ ਦਾ ਚੱਲ ਰਿਹਾ ਹੈ, ਪਰ ਰੁਕਣ ਦੀ ਗੱਲ ਕਰ ਰਿਹਾ ਆਪਣੇ ਮਨ ਦੀ, ਆਪਣੇ ਅੰਦਰ ਦੀਆਂ ਕਮੀਆਂ ਦੀ, ਕਿ ਮਨ ਨੂੰ ਤਾਂ ਮੈਂ ਕਦੋਂ ਦਾ ਰੋਕ ਚੁੱਕਾ। ਜਿਹਦਾ ਬੰਦਾ ਕਹਿੰਦਾ ਜੀ ਮੈਂ ਤਾਂ ਬਹਿ ਜਾਂਦਾ ਹਾਂ, ਸਰੀਰ ਤਾਂ ਬਹਿ ਜਾਂਦਾ ਪਰ ਮਨ ਨਹੀਂ ਬਹਿੰਦਾ। ਮਨ ਦੌੜਦਾ ਹੈ, ਦੌੜਦਾ ਹੈ, ਦੌੜਦਾ ਹੈ। ਪਰ ਇੱਕ ਪਾਸੇ ਉਹ ਸੱਚੇ ਸੰਤ ਫਕੀਰ ਹੈ, ਸਰੀਰ ਤਾਂ ਚੱਲਦਾ ਹੈ ਪਰ ਮਨ ਉਹਨਾਂ ਦਾ ਰੁਕ ਚੁੱਕਾ ਹੈ, ਸ਼ਾਂਤ ਹੋ ਚੁੱਕਾ ਹੈ। ਉਹ ਖਾਂਦੇ ਹੈ, ਪੀਂਦੇ ਹੈ, ਬੋਲਦੇ ਹੈ, ਪਰ ਫਿਰ ਵੀ ਅੰਦਰ ਉਹਨਾਂ ਦੇ ਪਰਮ ਸ਼ਾਂਤੀ ਹੈ ਕਿ ਮਨ ਦੇ ਅੰਦਰ ਹੁਣ ਕੋਈ ਦੌੜ ਨਹੀਂ, ਕਿਉਂਕਿ ਮਨ ਨੂੰ ਆਪਣੀ ਆਨੰਦ ਦੀ ਮੰਜ਼ਿਲ ਮਿਲ ਚੁੱਕੀ ਹੈ। ਔਰ ਜਦੋਂ ਬੰਦਾ ਮੰਜ਼ਿਲ ਤੇ ਪਹੁੰਚ ਜਾਵੇ ਤਾਂ ਸਾਰੀਆਂ ਦੌੜਾਂ ਹੀ ਕੀ ਹੋ ਜਾਂਦੀਆਂ ਹੈ? ਖਤਮ। ਫਿਰ ਤਾਂ ਸ਼ਾਂਤੀ ਹੈ, ਆਨੰਦ ਹੈ। ਹੁਣ ਜੇ ਤੁਸੀਂ ਕਹੋ ਮਾਲਕੋ ਤੁਸੀਂ ਘੰਟਾ 2-2 ਘੰਟੇ ਸਤਸੰਗ ਕਰਦੇ ਹੋ, ਬਾਹਰੋਂ ਬੋਲ ਰਹੇ ਆ, ਪਰ ਜੇ ਤੁਸੀਂ ਅੰਦਰ ਦੇਖੋ ਤਾਂ ਅੰਦਰ ਇਸ ਵੇਲੇ ਵੀ ਇੱਕ ਸ਼ਾਂਤੀ ਹੈ, ਇੱਕ ਆਨੰਦ ਹੈ, ਇੱਕ ਮੌਨ ਹੈ। ਅੰਦਰ ਕੋਈ ਦੌੜ ਨਹੀਂ ਹੈ, ਅੰਦਰ ਤਾਂ ਪਰਮ ਸ਼ਾਂਤੀ ਹੈ, ਪਰਮ ਆਨੰਦ ਹੈ। ਇਹਨੂੰ ਕਹਿੰਦੇ ਆ ਹੁਣ ਕਦੋਂ ਦੇ ਰੁਕ ਚੁੱਕੇ ਆ। ਜੇ ਹੁਣ ਚੱਲ ਰਹੇ ਆ ਤਾਂ ਤੁਹਾਨੂੰ ਰੋਕਣ ਵਾਸਤੇ, ਤੁਹਾਡੇ ਜੀਵਨ 'ਚ ਬਦਲਾਵ ਲਿਆਉਣ ਵਾਸਤੇ। ਇਸ ਲਈ ਮਹਾਤਮਾ ਬੁੱਧ ਨੇ ਵੀ ਕਿਹਾ ਕਿ ਮੈਂ ਤਾਂ ਕਦੋਂ ਦਾ ਰੁਕ ਚੁੱਕਾ ਹਾਂ, ਪਰ ਹੁਣ ਤੇਰੇ ਰੁਕਣ ਦੀ ਵਾਰੀ ਹੈ, ਕਿਉਂਕਿ ਜਿਸ ਰਸਤੇ ਤੂੰ ਜਾ ਰਿਹਾ ਉਹ ਰਸਤਾ ਠੀਕ ਨਹੀਂ ਹੈ। ਜਦੋਂ ਇੰਨੀ ਗੱਲ ਕਹੀ ਮਹਾਤਮਾ ਬੁੱਧ ਨੇ ਤਾਂ ਉਂਗਲੀ ਮਾਲ ਕੇ ਅੱਛਾ, ਹੁਣ ਗੱਲ ਤਾਂ ਸਮਝਿਆ ਕਿ ਮਹਾਤਮਾ ਬੁੱਧ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਉਹ ਹਥਿਆਰੇ ਤੋਂ ਪਹਿਲਾਂ ਇੱਕ ਅੱਛਾ ਵਿਦਿਆਰਥੀ ਸੀ। ਪਰ ਫਿਰ ਵੀ ਉਹਨੂੰ ਯਾਦ ਆਇਆ ਕਿ ਗੁਰੂ ਨੂੰ ਦਕਸ਼ਨਾ ਦੇਣੀ ਹੈ, ਜੇ ਨਹੀਂ ਮੰਨਦਾ ਤਾਂ ਮੇਰਾ ਕੀ ਕਸੂਰ, ਇਹਨੂੰ ਮਾਰਦਾ ਆ, ਕਹਿ ਕੇ ਤਲਵਾਰ ਲੈ ਕੇ ਅੱਗੇ ਵਧਿਆ। ਮਹਾਤਮਾ ਬੁੱਧ ਕਹਿੰਦੇ ਰੁਕ, ਮੈਂ ਕਿਹੜਾ ਦੌੜ ਚੱਲਾ ਹਾਂ, ਮੈਂ ਤੇਰੇ ਕੋਲ ਹੀ ਖੜਾ ਹਾਂ, ਜਦੋਂ ਮਰਜੀ ਮੈਨੂੰ ਮਾਰ ਲਈ, ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਸ਼ਕਤੀਸ਼ਾਲੀ ਕੌਣ ਹੁੰਦਾ ਹੈ? ਉਹ ਕਹਿੰਦਾ ਮੈਂ ਸ਼ਕਤੀਸ਼ਾਲੀ। ਆਪਣੀ ਤਰਫ ਇਸ਼ਾਰਾ ਕੀਤਾ, ਦੇਖੋ ਮੈਂ 999 ਬੰਦਿਆਂ ਨੂੰ ਮਾਰਿਆ ਹੈ, ਉਹਦੀ ਮਾਲਾ ਆਪਣੇ ਗਲ 'ਚ ਪਾਈ ਹੈ, ਰਾਜੇ ਦੀ ਸੈਨਾ ਵੀ ਮੇਰਾ ਕੁਝ ਨਹੀਂ ਵਿਗਾੜ ਪਾਈ। ਇਸ ਲਈ ਸ਼ਕਤੀਸ਼ਾਲੀ ਕੀ ਪੁੱਛਦੇ ਹੋ? ਮੈਂ ਤੁਹਾਡੇ ਸਾਹਮਣੇ ਖੜਾ ਸ਼ਕਤੀਸ਼ਾਲੀ। ਮਹਾਤਮਾ ਬੁੱਧ ਕਹਿੰਦੇ ਅਗਰ ਤੂੰ ਸ਼ਕਤੀਸ਼ਾਲੀ ਹੈ
ਤਾਂ ਪੇੜ ਦੀ ਟਹਿਣੀ ਤੋੜ ਕੇ ਦੇ। ਉਹਨੇ ਨਾਲ ਹੀ ਤਲਵਾਰ ਮਾਰੀ, ਪੇੜ ਦੀ ਟਹਿਣੀ ਕੱਟ ਕੇ ਸਾਹਮਣੇ ਰੱਖਤੀ। ਲਓ, ਕਹਿੰਦੇ ਹੁਣ ਜੇ ਵਾਕਈ ਤੂੰ ਸ਼ਕਤੀਸ਼ਾਲੀ ਹੈ ਇਹਨੂੰ ਦੁਬਾਰਾ ਜੋੜ ਕੇ ਵੀ ਦਿਖਾ। ਉਂਗਲੀ ਮਾਲ ਰੁਕ ਗਿਆ। ਉਹ ਕਹਿੰਦਾ ਕੀ ਕਹਿ ਰਹੇ ਹੋ ਤੁਸੀਂ? ਮਹਾਤਮਾ ਬੁੱਧ ਕਹਿੰਦੇ ਸ਼ਕਤੀਸ਼ਾਲੀ ਉਹ ਨਹੀਂ ਹੈ ਜਿਹੜਾ ਤੋੜਨਾ ਜਾਣਦਾ ਹੋਵੇ। ਤੋੜਨਾ ਕੰਮ ਤਾਂ ਬੱਚਿਆਂ ਦਾ ਹੈ, ਬੱਚੇ ਵੀ ਕਰ ਲੈਂਦੇ ਐ। ਖਿਡੌਣੇ ਨੂੰ ਤੋੜਨਾ ਤਾਂ ਬੱਚਾ ਵੀ ਤੋੜ ਦੇਗਾ, ਕਿਸੇ ਚੀਜ਼ ਨੂੰ ਗਿਰਾਣਾ ਬੱਚਾ ਵੀ ਗਿਰਾ ਦੇਗਾ। ਪਰ ਸ਼ਕਤੀਸ਼ਾਲੀ ਤਾਂ ਉਹ ਹੈ ਜਿਹੜਾ ਟੁੱਟਿਆਂ ਨੂੰ ਦੁਬਾਰਾ ਜੋੜੇ। ਜ਼ਿੰਦੇ ਨੂੰ ਮਾਰਨਾ ਇਹ ਤਾਂ ਕੋਈ ਵੀ ਕਰ ਸਕਦਾ ਹੈ, ਪਰ ਸ਼ਕਤੀਸ਼ਾਲੀ ਤਾਂ ਉਹ ਹੈ ਜਿਹੜਾ ਮੁਰਦਿਆਂ ਨੂੰ ਦੁਬਾਰਾ ਜ਼ਿੰਦਗੀ ਦੇ ਦੇਵੇ। ਤੂੰ ਆਪਣੇ ਆਪ ਨੂੰ ਸ਼ਕਤੀਸ਼ਾਲੀ ਕਿੱਦਾਂ ਕਹਿ ਰਿਹਾ? ਵਾਕਈ ਸ਼ਕਤੀਸ਼ਾਲੀ ਤਾਂ ਜੋੜ ਇਸ ਨੂੰ, ਨਹੀਂ ਤਾਂ ਤੇਰੇ ਵਰਗਾ ਕਮਜ਼ੋਰ ਕੋਈ ਨਹੀਂ ਹੈ। ਜਦੋਂ ਇੰਨੀ ਗੱਲ ਮਹਾਤਮਾ ਬੁੱਧ ਨੇ ਕਹੀ ਕਿ ਜੇ ਤੂੰ ਕਿਸੇ ਨੂੰ ਜ਼ਿੰਦਗੀ ਨਹੀਂ ਦੇ ਸਕਦਾ ਤਾਂ ਕਿਸੇ ਦੀ ਜ਼ਿੰਦਗੀ ਲੈਣ ਦਾ ਵੀ ਹੱਕ ਤੈਨੂੰ ਨਹੀਂ ਹੈ। ਉਹਦੇ ਹੱਥ ਰੁਕੇ ਤਾਂ ਉਹਨੇ ਕੀ ਕਿਹਾ ਕਿ ਮਹਾਰਾਜ ਮੈਂ ਇਹ ਜ਼ਿੰਦਗੀ ਖੁਸ਼ੀ ਨਾਲ ਨਹੀਂ ਲੈ ਰਿਹਾ ਲੋਕਾਂ ਦੀ, ਆਪਣੇ ਗੁਰੂ ਨੂੰ ਦਕਸ਼ਨਾ ਦੇਣੀ ਹੈ, ਇਸ ਲਈ ਮੈਂ ਗੁਰੂ ਦੀ ਖਾਤਰ ਇਹ ਉਂਗਲੀਆਂ ਵੱਢ ਰਿਹਾ ਹਾਂ। ਇਹ 'ਚ ਮੇਰੀ ਕੋਈ ਇੱਛਾ ਨਹੀਂ ਹੈ ਕਿ ਮੈਨੂੰ ਧਨ ਚਾਹੀਦਾ ਹੈ ਜਾਂ ਮੈਨੂੰ ਲੋਕਾਂ ਦੀ ਜ਼ਗੀਰ ਜਾਇਦਾਦ ਚਾਹੀਦੀ ਹੈ। ਮੈਂ ਕੋਈ ਡਾਕੂ ਚੋਰ ਨਹੀਂ ਹਾਂ, ਮੈਂ ਤਾਂ ਆਪਣੇ ਗੁਰੂ ਦੀ ਦਕਸ਼ਨਾ ਦੇਣ ਵਾਸਤੇ ਇਹ ਉਂਗਲੀਆਂ ਇਕੱਠੀਆਂ ਕਰ ਰਿਹਾ। ਇਸ ਲਈ ਗੁਰੂ ਰਿਣ ਹੈ ਮੇਰੇ ਸਿਰ ਤੇ। ਤਾਂ ਮਹਾਤਮਾ ਬੁੱਧ ਮੁਸਕਰਾਏ, ਕਹਿੰਦੇ ਕਿਸ ਗੁਰੂ ਦੀ ਗੱਲ ਕਰ ਰਿਹਾ ਹਾਂ? ਉਹ ਜਿਹੜਾ ਸਾਨੂੰ ਅਹਿੰਸਾ ਦੇ ਮਾਰਗ ਤੇ ਤੋਰੇ, ਹੱਤਿਆ ਦੇ ਮਾਰਗ ਤੇ ਤੋਰੇ, ਉਹ ਗੁਰੂ ਨਹੀਂ ਹੁੰਦਾ, ਉਹ ਤਾਂ ਖੁਦ ਹਥਿਆਰਾ ਹੁੰਦਾ ਹੈ। ਜੇ ਹੁਣ ਗੁਰੂ ਤੁਹਾਨੂੰ ਕਹੇ ਫਲਾਣੇ ਦਾ ਸਿਰ ਲਿਆ ਦੇ, ਫਲਾਣੇ ਦੀ ਜਾਨ ਲਿਆ ਦੇ, ਤਾਂ ਉਹ ਗੁਰੂ ਨਹੀਂ ਹੈ। ਮਹਾਤਮਾ ਬੁੱਧ ਨੇ ਕਿਹਾ ਜੋ ਸਾਨੂੰ ਅਹਿੰਸਾ ਦੇ ਮਾਰਗ ਤੇ ਤੋਰੇ, ਜੋ ਸਾਨੂੰ ਉਸ ਮਾਰਗ ਤੇ ਤੋਰੇ ਜਿਹਦੇ ਨਾਲ ਦੂਜਿਆਂ ਨੂੰ ਤਕਲੀਫ ਹੁੰਦੀ ਹੈ, ਤਾਂ ਉਹ ਗੁਰੂ ਕਹਾਣ ਦੇ ਲਾਇਕ ਨਹੀਂ ਹੈ। ਉਹਨੂੰ ਗੁਰੂ ਨਹੀਂ ਕਹਿਣਾ ਚਾਹੀਦਾ। ਗੁਰੂ ਤਾਂ ਉਹ ਹੁੰਦਾ ਹੈ। ਹੁਣ ਇੱਥੇ ਅਸੀਂ ਆਪਣੀ ਤਰਫੋਂ ਤੁਹਾਨੂੰ ਦੱਸ ਦਈਏ ਕਿ ਗੁਰੂ 3 ਪ੍ਰਕਾਰ ਦੇ ਹੁੰਦੇ ਆ। ਇੱਕ ਹੁੰਦਾ ਦੇਹਿਕ ਗੁਰੂ, ਦੂਸਰਾ ਹੁੰਦਾ ਹੈ ਮਾਨਸਿਕ ਗੁਰੂ, ਔਰ ਤੀਸਰਾ ਹੁੰਦਾ ਹੈ ਆਤਮਿਕ ਗੁਰੂ। ਹੁਣ ਦੇਹਿਕ ਗੁਰੂ ਕਿਸ ਨੂੰ ਕਿਹਾ ਜਾਂਦਾ ਹੈ? ਦੇਹਿਕ ਗੁਰੂ ਉਹ ਹੈ ਜੋ ਸਾਨੂੰ ਦੇਹ ਨਾਲ ਜੁੜੀਆਂ ਚੀਜ਼ਾਂ ਬਾਰੇ ਸਮਝਾਉਂਦਾ ਹੈ। ਜਿੱਦਾਂ ਫਰਜ਼ ਕਰੋ ਕਿਸੇ ਨੇ ਲੱਕੜ ਦਾ ਕੰਮ ਸਿੱਖਣਾ ਹੈ, ਜਿਹੜਾ ਉਹਦੀ ਦੇਹ ਨੂੰ ਕਰਕੇ ਦਿਖਾਵੇ ਕਿ ਭਾਈ ਇਦਾਂ ਲੱਕੜ ਚੀਰੀ ਜਾਂਦੀ ਹੈ, ਇਦਾਂ ਕਿੱਲ ਠੋਕੀ ਜਾਂਦੀ ਹੈ, ਇਦਾਂ ਚੀਜ਼ ਬਣਾਈ ਜਾਂਦੀ ਹੈ। ਜਾਂ ਕੋਈ ਰਾਜ ਮਿਸਤਰੀ ਦਾ ਕੰਮ ਸਿੱਖਣਾ ਹੈ ਤਾਂ ਉਹਨੂੰ ਉਹਦਾ ਟੀਚਰ ਕੋਲ ਖੜ ਕੇ ਦੱਸੇ ਇਦਾਂ ਇੱਟ ਲਾਈ ਜਾਂਦੀ ਹੈ, ਇਦਾਂ ਸੀਮੈਂਟ ਤਿਆਰ ਕੀਤਾ ਜਾਂਦਾ ਹੈ। ਜਾਂ ਕਿਸੇ ਨੇ ਕੋਈ ਸ਼ਸਤਰ ਵਿੱਦਿਆ ਸਿੱਖਣੀ ਹੈ ਕਿ ਮੈਂ ਤਲਵਾਰ ਚਲਾਣੀ ਸਿੱਖਣੀ ਹੈ, ਤਾਂ ਗੁਰੂ ਉਹਨੂੰ ਕੋਲ ਖੜਾ ਕਰਕੇ ਸਮਝਾਉਂਦਾ ਇਦਾਂ ਤਲਵਾਰ ਫੜੀ ਜਾਂਦੀ ਹੈ, ਇਦਾਂ ਵਾਰ ਕੀਤਾ ਜਾਂਦਾ ਹੈ। ਜਾਂ ਤੁਸੀਂ ਦੇਖਦੇ ਹੋ ਕੋਈ ਜੁੱਡੋ ਸਿੱਖਦਾ ਹੈ, ਕੋਈ ਕਰਾਟੇ ਸਿੱਖਦਾ ਹੈ, ਕੋਈ ਕ੍ਰਿਕਟ ਸਿੱਖਦਾ ਹੈ, ਕੋਈ ਗੇਮ ਸਿੱਖਦਾ ਹੈ, ਕੋਈ ਤੈਰਨਾ ਸਿੱਖਦਾ, ਤਾਂ ਜਿਹੜਾ ਉੱਥੇ ਖੜ ਕੇ ਉਹਨੂੰ ਦੱਸੇ ਉਹਨੂੰ ਕਹਿ ਦਿੰਦੇ ਹੈ ਕਿਹੜਾ ਗੁਰੂ? ਦੇਹਿਕ ਗੁਰੂ, ਜੋ ਸਾਨੂੰ ਸਾਡੀ ਦੇਹ ਨੂੰ ਟ੍ਰੇਨ ਕਰ ਰਿਹਾ, ਜਿਹੜੇ ਕੰਮ ਸਾਡੇ ਸਰੀਰ ਨਾਲ ਕੀਤੇ ਜਾਂਦੇ ਜੋ ਉਹ ਦੱਸ ਰਿਹਾ ਹੈ, ਉਹਨੂੰ ਕਹਿ ਦਿੰਦੇ ਦੇਹਿਕ ਗੁਰੂ। ਫਿਰ ਦੂਸਰਾ ਗੁਰੂ ਕਿਹੜਾ ਆ ਜਾਂਦਾ? ਮਾਨਸਿਕ ਗੁਰੂ, ਜਿਹੜਾ ਸਾਡੇ ਦੇਹ ਨੂੰ ਕੁਝ ਨਹੀਂ ਕਰਦਾ, ਉਹ ਸਾਨੂੰ ਬਿਠਾ ਲੈਂਦਾ ਹੈ ਔਰ ਸਾਨੂੰ ਵੇਦਾਂ ਸ਼ਾਸਤਰਾਂ ਦਾ ਗਿਆਨ ਦਿੰਦਾ ਹੈ ਕਿ ਬੇਟਾ ਆਹ ਸ਼ਾਸਤਰ ਪੜ੍ਹ, ਇਹਦਾ ਆਹ ਅਰਥ ਹੁੰਦਾ ਹੈ, ਇਹਦਾ ਆਹ ਮਤਲਬ ਹੁੰਦਾ ਹੈ, ਜੋ ਸਾਨੂੰ ਕਿਤਾਬੀ ਗਿਆਨ ਦਿੰਦਾ ਹੈ। ਉੱਥੇ ਸਰੀਰ ਦਾ ਕੋਈ ਰੋਲ ਨਹੀਂ ਹੈ, ਕਿਉਂਕਿ ਜਿਹੜਾ ਕਿਤਾਬੀ ਗਿਆਨ ਉਹ ਸਰੀਰ 'ਚ ਨਹੀਂ, ਉਹ ਕਿੱਥੇ ਜਾਂਦਾ ਹੈ? ਸਾਡੇ ਮਨ 'ਚ, ਸਾਡੀ ਅੰਦਰ। ਹੁਣ ਜਿਹੜਾ ਸਾਨੂੰ ਦੱਸੇ ਗੀਤਾ ਦੇ ਆਹ ਸ਼ਲੋਕ ਦਾ ਮਤਲਬ ਆਹ ਹੈ, ਆਹ ਗੀਤਾ 'ਚ ਆਹ ਲਿਖਿਆ ਹੈ, ਕੁਰਾਨ 'ਚ ਆਹ ਲਿਖਿਆ, ਬਾਈਬਲ 'ਚ ਆਹ ਲਿਖਿਆ ਹੈ, ਔਰ ਸਾਨੂੰ ਸਿਰਫ ਉਹਨਾਂ ਸ਼ਾਸਤਰਾਂ ਬਾਰੇ ਦੱਸ ਰਿਹਾ ਹੈ। ਜਰਾ ਸਮਝਣਾ ਸਾਰਿਆਂ ਨੇ ਕਿ ਸਾਨੂੰ ਉਹਨਾਂ ਸ਼ਾਸਤਰਾਂ ਦੇ ਬਾਰੇ ਸਮਝਾ ਰਿਹਾ ਹੈ। ਕਿਉਂਕਿ ਤੁਸੀਂ ਦੇਖਦੇ ਹੋ ਨਾ, ਇਹਨੂੰ ਇਦਾਂ ਵੀ ਸਮਝ ਲਓ ਕਿ ਇੱਕ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ। ਹੁਣ ਸਕੂਲ 'ਚ ਮਾਸਟਰ ਕਿਤਾਬ ਖੋਲ ਕੇ ਬੱਚੇ ਨੂੰ ਪੜ੍ਹਾਉਂਦਾ ਹੈ, ਤਾਂ ਉੱਥੇ ਸਰੀਰ ਬੱਚੇ ਦਾ ਕੁਝ ਨਹੀਂ ਕਰਦਾ, ਸਰੀਰ ਤਾਂ ਕੁਰਸੀ ਤੇ ਬੈਠਾ ਹੈ, ਸਰੀਰ ਤਾਂ ਕੁਰਸੀ ਤੇ ਬੈਠਾ ਹੈ। ਪਰ ਜੋ ਮਾਸਟਰ ਗਿਆਨ ਦੇ ਰਿਹਾ ਉਹ ਕਿੱਥੇ ਜਾ ਰਿਹਾ ਹੈ? ਸਾਡੇ ਮਨ 'ਚ, ਅੰਦਰ ਜਾ ਰਿਹਾ ਹੈ। ਹੁਣ ਆਪਾਂ ਟੀਚਰ ਨੂੰ ਕਹਿ ਸਕਦੇ ਮਾਨਸਿਕ ਗੁਰੂ, ਸਰੀਰ ਤਾਂ ਆਰਾਮ ਨਾਲ ਬੈਠਾ ਹੈ, ਕਿਉਂਕਿ ਇੱਕ ਹੁੰਦਾ ਦੇਹਿਕ ਗੁਰੂ ਜੋ ਦੇਹ ਤੋਂ ਕੰਮ ਕਰਾਂਦਾ ਹੈ ਕਿ ਦੇਹ ਨੂੰ ਇਦਾਂ ਕਰ, ਦੇਹ ਨੂੰ ਲੈਫਟ ਕਰ, ਰਾਈਟ ਕਰ, ਉਹ ਹੈ ਦੇਹਿਕ ਗੁਰੂ ਜੋ ਸਰੀਰ ਤੋਂ ਕੰਮ ਕਰਾਂਦਾ ਹੈ। ਔਰ ਫਿਰ ਉਹ ਹੈ ਮਾਨਸਿਕ ਗੁਰੂ ਜੋ ਸਾਨੂੰ ਪੜ੍ਹਾਉਂਦਾ ਹੈ, ਜੋ ਸਾਡੇ ਮਨ 'ਚ ਜਾਂਦਾ ਹੈ। ਜਿੱਦਾਂ ਟੀਚਰ ਬਾਰੇ ਦੱਸਿਆ ਕਿ ਮਾਸਟਰ ਦੇ ਕੋਲ ਬੱਚੇ ਬੈਠੇ ਹੈ, ਟੀਚਰ ਕਿਤਾਬ ਖੋਲ ਕੇ ਸਮਝਾਉਂਦਾ ਹੈ, ਤਾਂ ਸਾਰਾ ਗਿਆਨ ਬੱਚਿਆਂ ਦੇ ਅੰਦਰ ਜਾ ਰਿਹਾ, ਸਿਖਾ ਉਹ ਵੀ ਰਿਹਾ ਹੈ, ਪਰ ਉੱਥੇ ਸਰੀਰ ਦਾ ਕੋਈ ਰੋਲ ਨਹੀਂ ਹੈ, ਉੱਥੇ ਸਾਰੀ ਪੜ੍ਹਾਈ ਮਾਈਂਡ 'ਚ ਜਾ ਰਹੀ ਹੈ। ਕਿਉਂਕਿ ਇੱਕ ਬੱਚਾ ABC ਸਿੱਖਦਾ ਹੈ, ਉਹ ਕਿੱਥੇ ਹੈ? ਉਹਦੇ ਦਿਮਾਗ 'ਚ। ਇਹਨੂੰ ਕਹਿੰਦੇ ਮਾਨਸਿਕ ਗੁਰੂ, ਜੋ ਸਾਡੇ ਦਿਮਾਗ ਨੂੰ ਐਜੂਕੇਸ਼ਨ ਨਾਲ ਜੋੜਦਾ ਹੈ, ਗਿਆਨ ਨਾਲ ਜੋੜਦਾ ਹੈ। ਫਿਰ ਇੱਕ ਹੁੰਦਾ ਆਤਮਿਕ ਗੁਰੂ। ਆਤਮਿਕ ਗੁਰੂ ਕੌਣ ਹੈ?
ਆਤਮਿਕ ਗੁਰੂ ਉਹ ਹੈ ਜੋ ਸਾਡੇ ਅੰਦਰੋਂ ਆਤਮਾ ਵਾਲੇ ਗੁਣ ਪੈਦਾ ਕਰਦਾ ਹੈ। ਕਿਉਂਕਿ ਆਤਮਾ ਦੇ ਗੁਣ ਕਿਹੜੇ ਹੈ? ਪ੍ਰੇਮ, ਸ਼ਾਂਤੀ, ਆਨੰਦ, ਖੁਸ਼ੀ, ਸਬਰ, क्षमा, धैर्य, प्रेम, निम्रता, ये गुण है आत्मा वाले। आत्मिक गुरु वो है जो सानू सिमरन दे मार्ग ते चला के, ध्यान दे मार्ग ते चला के सानू आत्मा नाल जोड़दा और साडी आत्मा दे गुणां नू प्रगट करदा है, जो साडी आत्मा ते काम करदा है। क्योंकि अज इंसान दे अंदर कठोरता है। और ये गल याद रखो, जदों असीं आत्मिक गुरु दे नाल जुड़ांगे, जिन्हों सतगुरु कहा जाता है, जिन्हों कामिल मुरशद कहा जाता है, तो जो वो गुरु नाल जुड़ांगे तो गुरु साडे अंदर आत्मा के गुणां नूं प्रगट करता है। साडे अंदर प्रेम करना सानूं सिखांदा है कि सब नाल प्रेम करना है, किसी ते जुल्म नहीं करना, किसी नाल नफरत नहीं करनी, क्योंकि प्रेम करना आत्मिक गुण है। आत्मिक गुण यानी परमात्मा का गुण। परमात्मा सब नाल प्रेम करता है, परमात्मा सब नूं क्षमा करता है, परमात्मा सब ते दया करता है, परमात्मा करुणावान है, परमात्मा निमरतावान है। वो कदी हुण तुसीं देखो, रब नूं बुरा भी कह लो, रब कदी ਉਹਦਾ जवाब नहीं दिंदा। एक बंदे नूं बुरा कह लो तो लड़न नूं पैंदा है, क्योंकि ਉਹਦੇ ਹੰਕਾਰ ਨੂੰ ਸੱਟ ਲੱਗਦੀ ਹੈ। पर रब तो इन्ना निमरता नाल भरिया होया है कि कोई ਉਹਨੂੰ गाली भी देवे तां भी ਉਹਨੂੰ प्यार ही करता है। ये गुण है परमात्मा दे, ये गुण है आत्मा दे, और ये आत्मिक गुरु ही साडे गुणां नूं बाहर करता है। इसलिए याद रखो कि ਜਿਹੜਾ ਮਾਨਸਿਕ ਗੁਰੂ ਨਾਲ ਜੁੜ ਕੇ ਵੇਦਾਂ ਨੂੰ ਪੜ੍ਹ ਲਵੇ, ਸ਼ਾਸਤਰਾਂ ਨੂੰ ਪੜ੍ਹ ਲਵੇ, ਉਹਨੂੰ ਵੇਦਾਂ ਦਾ ਗਿਆਨ ਤਾਂ ਹੋ ਗਿਆ, ਪਰ ਕਈ ਵਾਰ ਵੇਦਾਂ ਦਾ ਗਿਆਨ ਰੱਖਣ ਵਾਲੇ ਵੀ ਬੜੇ ਕ੍ਰੋਧ ਨਾਲ ਭਰੇ ਹੁੰਦੇ ਆ। ਕਈ ਵਾਰ ਧਾਰਮਿਕ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਵੀ, ਸ਼ਬਦਾਂ ਦਾ ਗਿਆਨ ਰੱਖਣ ਵਾਲੇ ਵੀ ਦੂਜੇ ਨਾਲ ਨਫ਼ਰਤ ਕਰਦੇ ਆ, ਹੰਕਾਰ ਨਾਲ ਭਰੇ ਹੁੰਦੇ। ਕਈ ਵਾਰ ਦੇਖ ਲਿਆ ਨਾ, ਕਈ ਮੰਦਰਾਂ 'ਚ, ਕਈ ਜਗ੍ਹਾ ਧਾਰਮਿਕ ਸਥਾਨਾਂ ਤੇ ਪ੍ਰਧਾਨਗੀ ਨੂੰ ਲੈ ਕੇ ਝਗੜੇ ਹੋ ਜਾਂਦੇ ਆ। ਹਾਲਾਂਕਿ ਉਹ ਧਾਰਮਿਕ ਸ਼ਾਸਤਰ ਵੀ ਪੜ੍ਹਦੇ ਆ, ਧਾਰਮਿਕ ਕਿਤਾਬਾਂ ਵੀ ਪੜ੍ਹਦੇ ਆ, ਪਰ ਫਿਰ ਵੀ ਅੰਦਰ ਕ੍ਰੋਧ ਭਰਿਆ ਹੋਇਆ ਕਿ ਮਾੜੀ ਮਾੜੀ ਗੱਲ ਤੇ ਗੁੱਸਾ। जिदा किसे देख लो, किसे पाठ करने वाले नूं देख लेना, चाहे कोई गीता का पाठ करता, कोई कुरान का पाठ करता, जे खाण पीण च माड़ी मोटी घट वध हो जाए तो किदां, ओए आ चीज़ नहीं दित्ती, देसी घी तो है ही नहीं, आ चीज़ तो है ही नहीं, माड़ी जिहा निरादर हो गया, माड़ी जी गल हो गई, क्रोध नाल भर जाणगे। इहदा मतलब मानस दे विच, यानी मन दे विच किताबां दा सारा ज्ञान है, धार्मिक शास्त्रां दा सारा ज्ञान है, पर हले आत्मिक गुण नहीं पैदा होए, हले अंदर प्रेम नहीं आया, शांति नहीं आई, करुणा नहीं आई। हुण इत्थे इन्हां नूं आत्म गुरु की लोड़ है। कई कह देंगे ना, मैं सारे वेद पढ़े, मैनू गुरु की लोड़ है। हुण जिहड़ा कहे मैं सारे वेद पढ़े है, मैनू सारे शास्त्रों का ज्ञान है, मैनू गुरु की लोड़ है? भाई तैनू ही गुरु की लोड़ है, क्योंकि आत्मा का गुण तो हाले तेरे अंदर आया ही नहीं। इत्थे आत्मिक गुरु की लोड़ है, और आत्मिक गुरु साडे अंदर जिद्दां दस्सिया आत्मा के गुण, परमात्मा के गुणां नूं पैदा करता है। जदों ऐसे गुरु नाल जुड़ जाओ जिहदे नाल जुड़ के तुहाडे अंदर क्षमा आ जाए, ਤੁਹਾਡੇ ਅੰਦਰ ਪ੍ਰੇਮ ਆ ਜਾਵੇ, ਤੁਹਾਡੇ ਅੰਦਰ ਕਰੁਣਾ ਆ ਜਾਵੇ, ਦਇਆ ਆ ਜਾਵੇ, ਸ਼ਾਂਤੀ ਆ ਜਾਵੇ, ਤੁਹਾਡੇ ਅੰਦਰ ਕਿਸੇ ਵਾਸਤੇ ਨਫ਼ਰਤ ਨਾ ਰਹਿ ਜਾਵੇ, ਤੁਹਾਡੇ ਅੰਦਰ ਅਹੰਕਾਰ ਨਾ ਰਹਿ ਜਾਵੇ, ਤਾਂ ਸਮਝ ਲਓ ਹੁਣ ਆਤਮਿਕ ਗੁਰੂ ਦੀ ਸ਼ਰਨ ਚ ਆ ਗਏ ਹਾਂ ਅਸੀਂ। ਔਰ ਆਤਮਿਕ ਗੁਰੂ ਨਾਲ ਜੁੜ ਕੇ ਇਹ ਗੁਣ ਹੌਲੀ ਹੌਲੀ ਆਣੇ, ਇਹ ਵੀ ਨਹੀਂ ਕਿ ਇੱਕ ਵਾਰੀ ਆ ਕੇ ਸਿਰ ਰੱਖ ਦਿੱਤਾ ਤਾਂ ਆ ਗਏ। ਕਿਉਂਕਿ ਹੌਲੀ ਹੌਲੀ ਜਿੱਦਾਂ बीज के अंदरों वृक्ष हौली हौली बाहर आता है, इसी तरह गुरु नाल जुड़ के जो आत्मिक गुरु है ਉਹਦੇ ਨਾਲ जुड़ के हौली हौली साडे ਜਿਹੜੇ गुण है, आत्मिक गुण है, परमात्मा वाले गुण है, प्रेम रूपी, क्षमा रूपी, दया रूपी, करुणा रूपी, शांति रूपी, वो हौली हौली प्रगट होंगे है। इसलिए इत्थे महात्मा बुद्ध कह रहे हैं कि वो गुरु नहीं है जो हिंसा के मार्ग ते तोरे, क्योंकि वो तो सिर्फ आप कह सकते देहिक गुरु है या मानसिक गुरु है, पर सही मायने च गुरु हुंदा आत्मिक गुरु, जो साडी आत्मा नूं परमात्मा दे रंग च रंग दिंदा है। साडी आत्मा नूं जिद्दां समझ लो सही मायने च माली तां ओह है जो बीज नूं वृक्ष बना देवे, तां जिहड़ा बीज नूं चक के चंगे कपड़ियां च रख देवे, चंगी जगह रख देवे, वो माली नहीं है कि उहदा बीज नूं चक के चंगी जगह ते रख दित्ता कि आ मखमली कपड़े ते रख ल। हुण फर्ज करो तुहानूं कोई चक के अच्छी जगह बिठा देवे ਤਾਂ ਤੁਸੀਂ ਕਹੋ ਜੀ ਇਹ ਹੈ ਗੁਰੂ, ਇਹ ਨਾ ਮੈਨੂੰ ਇੱਥੋਂ ਚੱਕ ਕੇ ਇੱਥੇ ਬਿਠਾ ਦਿੱਤਾ, ਤਾਂ ਨਹੀਂ, ਗੁਰੂ ਤਾਂ ਉਹ ਹੈ ਜੋ ਤੁਹਾਡੇ ਅੰਦਰਲੀਆਂ ਕਮੀਆਂ ਨੂੰ ਦੂਰ ਕਰਕੇ ਤੁਹਾਡੇ ਅੰਦਰੋਂ ਗੁਣ ਪੈਦਾ ਕਰ ਦੇਵੇ, ਉਹ ਬੀਜ ਨੂੰ ਬ੍ਰਿਕਸ਼ ਬਣਾ ਦੇਵੇ, ਉਹ ਹੈ ਅਸਲੀ ਮਾਲੀ। ਬੀਜ ਨੂੰ ਇੱਥੇ ਚੱਕ ਕੇ ਉੱਥੇ ਰੱਖ ਦਿੱਤਾ, ਸੰਭਾਲ ਕੇ ਰੱਖ ਦਿੱਤਾ, ਤਾਂ ਉਹ ਮਾਲੀ ਦਾ ਕੰਮ ਨਹੀਂ ਹੈ। ਮਾਲੀ ਨੂੰ ਪਤਾ ਹੈ ਕਿ ਇਹ ਬੀਜ ਅੰਦਰ ਛੁਪਿਆ ਹੋਇਆ ਜੋ ਅਨੰਤ ਬ੍ਰਿਕਸ਼ ਹੈ ਉਹ ਫੇਰ ਹੀ ਪ੍ਰਗਟ ਹੋਣਾ ਜਦੋਂ ਇਹਨੂੰ ਬੋਇਆ ਜਾਏਗਾ। ਉਹ ਹੈ ਗੁਰੂ ਜੋ ਸਾਡੀ ਆਤਮਾ ਦੇ ਗੁਣਾਂ ਨੂੰ ਬਾਹਰ ਕੱਢਦਾ ਹੈ। ਇਸ ਲਈ ਦੇਹਿਕ ਗੁਰੂ ਵੀ ਦੁਨੀਆ ਤੇ ਬਹੁਤ ਹੈ, मानसिक गुरु भी बहुत है, पर आत्मिक गुरु कोई विरला है जो सानू शब्द नाल जोड़ के, ध्यान दे नाल जोड़ के साडे अंदरले ओ छुपे गुणां नूं, प्रेम रूपी गुण,
ਸ਼ਾਂਤੀ ਰੂਪੀ ਗੁਣ, ਕਰੁਣਾ ਰੂਪੀ ਗੁਣ, ਅੱਛਾਈ ਰੂਪੀ ਗੁਣ, ਦਇਆ ਰੂਪੀ ਗੁਣਾਂ ਨੂੰ ਜੋ ਬਾਹਰ ਕੱਢਦਾ ਹੈ ਉਹ ਹੈ ਸਾਡਾ ਅਸਲੀ ਗੁਰੂ। ਜਦੋਂ ਇਦਾਂ ਦੀਆਂ ਗੱਲਾਂ ਮਹਾਤਮਾ ਬੁੱਧ ਨੇ ਉਂਗਲੀ ਮਾਲ ਨੂੰ ਸਮਝਾਈਆਂ ਤਾਂ ਉਂਗਲੀ ਮਾਲ ਨੇ ਆਪਣਾ ਸਿਰ ਚਰਨਾਂ 'ਚ ਰੱਖ ਦਿੱਤਾ, ਕਹਿੰਦਾ ਮਹਾਰਾਜ ਅੱਜ ਮੈਨੂੰ ਪਤਾ ਲੱਗ ਗਿਆ ਸੱਚਾ ਗੁਰੂ ਕੌਣ ਹੈ। ਫਿਰ ਮਹਾਤਮਾ ਬੁੱਧ ਤੋਂ ਸੰਨਿਆਸ ਲਿਆ। ਹੁਣ ਇੱਥੇ ਦੱਸਣਾ ਕੀ ਚਾਹੁੰਦੇ ਆ, ਜਰਾ ਗੌਰ ਕਰਨ ਦੀ ਗੱਲ ਆ। ਹੁਣ ਆਖਰੀ ਪੁਆਇੰਟ ਤੇ ਆ ਜਾਈਏ ਜਿਸ ਵਾਸਤੇ ਅਸੀਂ ਕਹਾਣੀ ਦੱਸੀ ਕਿ ਜੋਤਸ਼ੀ ਨੇ ਕੀ ਕਿਹਾ ਸੀ ਕਿ ਇਹਨਾਂ ਹਥਿਆਰਾ ਬਣਨਾ ਹੈ ਔਰ ਅੰਤ ਵਿੱਚ ਫੜਿਆ ਜਾਣਾ ਔਰ ਇਹਨੂੰ ਸੂਲੀ ਚੜਾਇਆ ਜਾਣਾ ਹੈ। ਪਰ ਦੇਖੋ ਜਦੋਂ ਸੱਚੇ ਫਕੀਰ ਮਿਲੇ, ਸੱਚੇ ਸੰਤ ਨਾਲ ਮੁਲਾਕਾਤ ਹੋਈ ਤਾਂ ਕਿੱਦਾਂ ਉਂਗਲੀ ਮਾਲ ਦੀ ਜ਼ਿੰਦਗੀ ਬਦਲ ਗਈ। ਉਹਨੂੰ ਫਾਂਸੀ ਨਹੀਂ ਹੋਈ, ਹਥਿਆਰਾ ਨਹੀਂ ਕਹਿਲਾਇਆ। ਅੱਜ ਉਂਗਲੀ ਮਾਲ ਨੂੰ ਫਿਰ ਯਾਦ ਕੀਤਾ ਗਿਆ ਮਹਾਤਮਾ ਬੁੱਧ ਦੇ ਸੰਨਿਆਸੀ ਦੇ ਰੂਪ 'ਚ। ਜਦੋਂ ਮਹਾਤਮਾ ਬੁੱਧ ਕੋਲੋਂ ਸੰਨਿਆਸ ਲੈ ਲਿਆ, ਸੰਨਿਆਸੀ ਬਣ ਗਿਆ, ਤਾਂ ਕਹਿੰਦੇ ਮਹਾਤਮਾ ਬੁੱਧ ਦੇ ਸਭ ਤੋਂ ਹੋਣਹਾਰ ਸ਼ਿਸ਼ਿਆਂ ਵਿੱਚੋਂ ਸੀ, ਕਿਉਂਕਿ ਇਹ ਸੀਗਾ ਤਾਂ ਉਹ ਪਹਿਲਾਂ ਹੀ ਬਚਪਨ ਤੋਂ ਹੀ ਬੜਾ ਗਿਆਨੀ ਸੀ, ਵੇਦਾਂ ਸ਼ਾਸਤਰਾਂ ਦਾ ਗਿਆਤਾ ਸੀ। ਮਹਾਤਮਾ ਬੁੱਧ ਦੀ ਸੰਗਤ ਮਿਲਣ ਨਾਲ ਜੋ ਉਹਦੇ ਉੱਪਰ ਬੁਰਾਈਆਂ ਦੀ ਪਰਤ ਸੀ ਉਹ ਸਾਰੀ ਲੈ ਗਈ ਔਰ ਉਹਨੂੰ ਸੱਚੇ ਗੁਰੂ ਦੀ ਸੰਗਤ ਜਦੋਂ ਮਿਲ ਗਈ, ਆਤਮਿਕ ਗੁਰੂ ਦੀ ਸੰਗਤ ਮਿਲ ਗਈ ਔਰ ਗੁਰੂ ਕੌਣ ਹੁੰਦਾ ਹੈ ਉਹਦੀ ਸਮਝ ਆ ਗਈ ਤਾਂ ਉਹਦਾ ਪੂਰਾ ਜੀਵਨ ਹੀ ਬਦਲ ਗਿਆ। ਫਿਰ ਉਹ ਬਣ ਗਿਆ ਸੰਨਿਆਸੀ ਔਰ ਫਿਰ ਪਾਇਆ ਉਹਨੇ ਆਪਣੇ ਉਸ ਆਨੰਦ ਦੀ ਮੰਜ਼ਿਲ ਨੂੰ। ਸਾਰੀ ਕਠੋਰਤਾ ਖਤਮ ਹੋ ਗਈ ਔਰ ਉਹਦੇ ਅੰਦਰ ਵੀ ਉਹ ਪਰਮਾਨੰਦ ਦੇ ਫੁੱਲ ਖਿਲ ਗਏ। ਹੁਣ ਜ਼ਰਾ ਸਮਝਣਾ ਇਹ ਲਾਸਟ ਪੁਆਇੰਟ ਨੂੰ ਅਸੀਂ ਕਿੱਦਾਂ ਯਾਦ ਰੱਖਣਾ ਹੈ ਕਿ ਅੱਜ ਤੁਹਾਨੂੰ ਪੰਡਤ ਕੀ ਕਹਿੰਦੇ ਹੈ, ਜੋਤਸ਼ੀ ਕੀ ਕਹਿੰਦੇ, ਹੱਥ ਦਿਖਾਉਣ ਵਾਲੇ ਕੀ ਕਹਿੰਦੇ ਹੈ ਕਿ ਤੇਰੀ ਕਿਸਮਤ ਇਦਾਂ ਹੋਏਗੀ, ਤੇਰਾ ਜੀਵਨ ਇਦਾਂ ਹੋਏਗਾ, ਤੇਰੇ ਬੱਚਿਆਂ ਦੀ ਕਿਸਮਤ ਇਦਾਂ ਹੋਏਗੀ। ਤਾਂ ਸਮਝ ਲਓ ਕਿ ਜਦ ਤੱਕ ਸਾਨੂੰ ਕਾਮਿਲ ਮੁਰਸ਼ਦ ਨਹੀਂ ਮਿਲਦਾ, ਕਾਮਿਲ ਗੁਰੂ ਨਹੀਂ ਮਿਲਦਾ ਨਾ, ਉਦੋਂ ਤੱਕ ਤਾਂ ਉਹ ਗੱਲ ਠੀਕ ਹੈ। ਪਰ ਜਦੋਂ ਸਾਨੂੰ ਕਾਮਿਲ ਗੁਰੂ ਮਿਲ ਗਿਆ, ਕਾਮਿਲ ਮੁਰਸ਼ਦ ਮਿਲ ਗਿਆ, ਤਾਂ ਹੁਣ ਸਮਝੋ ਜੇ ਮੁਰਸ਼ਦ ਮਿਲ ਗਿਆ ਤਾਂ ਮੇਰੀ ਜ਼ਿੰਦਗੀ ਤਕਦੀਰ ਵੀ ਬਦਲ ਗਈ, ਮੇਰਾ ਜੀਵਨ ਬਦਲ ਗਿਆ। ਕਿਉਂਕਿ ਜਦੋਂ ਸੱਚਿਆਂ ਦੀ ਸੋਭਤ ਸਾਨੂੰ ਮਿਲਦੀ ਹੈ ਤਾਂ ਫਿਰ ਸਾਡੇ ਅੰਦਰ ਬਦਲਾਅ ਆਉਂਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ। ਇਸ ਲਈ ਅੱਜ ਜ਼ਰੂਰਤ ਹੈ ਸਾਨੂੰ ਕਾਮਿਲ ਫਕੀਰਾਂ ਦੇ ਚਰਨਾਂ 'ਚ ਬੈਠਣ ਦੀ, ਕਾਮਿਲ ਸਤਿਗੁਰ ਦੇ ਚਰਨਾਂ 'ਚ ਬੈਠਣ ਦੀ। ਫਿਰ ਤੁਸੀਂ ਦੇਖੋਗੇ, ਅਸੀਂ ਕਈ ਵਾਰ ਦੱਸੀਦਾ ਹੈ ਨਾ ਕਿ ਕਾਮਿਲ ਮੁਰਸ਼ਦ ਦੇ ਚਰਨਾਂ 'ਚ ਬਹਿ ਕੇ ਇਨਸਾਨ ਨੂੰ ਕੀ ਹਾਸਿਲ ਹੁੰਦਾ ਹੈ। ਸ਼ਮਾ ਬੁਝ ਜਾਏ ਤੋ ਜਲ ਸਕਤੀ ਹੈ, क्षमा बुझ जाए तो जल सकती है, कश्ती किसी भी तूफान से निकल सकती है। मायूस ना हो, मन में विश्वास तू रख, किस्मत किसी पल भी बदल सकती है। जरा समझना सारे, जे अज मालिक दे चरना च आ गए तो सोचो कि अज ही वो पल है, वो घड़ी है, साडी किस्मत भी पलटा खाएगी, ਸਾਡੀ ਕਿਸਮਤ ਵੀ ਬਦਲ ਗਈ। ਕਿਉਂ ਚਿੰਤਾ ਕਰੀਏ, ਕਿਉਂ ਫਿਕਰ ਕਰੀਏ? ਦੁਨੀਆ ਕੀ ਕਹਿੰਦੀ ਹੈ ਉਹਦੀ ਪਰਵਾਹ ਛੱਡੀਏ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖੀਏ, ਆਪਣੇ ਮਾਲਿਕ ਤੇ ਯਕੀਨ ਰੱਖੀਏ। ਤਾਂ ਜਦੋਂ ਉੱਤੇ ਅਸੀਂ ਵਿਸ਼ਵਾਸ ਕਰ ਲੈਂਦੇ ਹਾਂ, ਉੱਤੇ ਅਸੀਂ ਭਰੋਸਾ ਕਰ ਲੈਂਦੇ ਹਾਂ, ਤਾਂ ਫਿਰ ਸਾਨੂੰ ਕਿਸੇ ਚੀਜ਼ ਦੀ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ। ਕਿਉਂਕਿ ਫਿਰ ਬੰਦਾ ਯਾਦ ਰੱਖੇ ਕਿ ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਤੇ, ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਦੀ ਰਹਿਮਤ ਤੇ ਕਿ ਮੇਰੀ ਕਿਸਮਤ ਵੀ ਬਦਲ ਗਈ, ਮੇਰੇ ਜੀਵਨ 'ਚ ਵੀ ਖੁਸ਼ੀਆਂ ਆ ਗਈਆਂ। ਉਂਗਲੀ ਮਾਲ ਬਦਲ ਗਿਆ ਮਹਾਤਮਾ ਬੁੱਧ ਦੀ ਸੋਚ 'ਚ ਆ ਕੇ, ਹਿੰਸਕ ਤੋਂ ਅਹਿੰਸਕ ਹੋ ਗਿਆ, ਹਥਿਆਰੇ ਤੋਂ ਸੰਨਿਆਸੀ ਹੋ ਗਿਆ। ਦੱਸਣ ਵਾਲਿਆਂ ਨੇ ਜੋ ਦੱਸਿਆ ਸੀ ਸਭ ਕੁਝ ਬਦਲ ਗਿਆ, ਪੂਰੀ ਕਹਾਣੀ ਬਦਲ ਗਈ। ਕਿਉਂਕਿ ਰੰਗ ਵਾਲੇ ਰੰਗ ਸੇ ਤਸਵੀਰ ਬਦਲ ਦੇਤੇ ਹੈ। ਇਦਾਂ ਦੀ ਤਸਵੀਰ ਬਦਲੀ ਮਹਾਤਮਾ ਬੁੱਧ ਨੇ ਉਹਦੇ ਜੀਵਨ ਦੀ ਕਿ ਹਥਿਆਰਾ ਸੀ, ਜਿੱਥੇ ਖੂਨ ਸੀ ਉੱਥੇ ਸ਼ਾਂਤੀ ਆ ਗਈ, ਕਰੁਣਾ ਆ ਗਈ, ਦਇਆ ਆ ਗਿਆ, ਪ੍ਰੇਮ ਆ ਗਿਆ। ਇਹੀ ਤਾਂ ਸੰਤਾਂ ਦੀ ਸੋਭਤ 'ਚ ਆ ਕੇ, ਇਹਨੂੰ ਤਾਂ ਕਹਿੰਦੇ ਸੰਤਾਂ ਫਕੀਰਾਂ ਦੀ ਸੋਭਤ 'ਚ ਬੈਠ ਕੇ ਸਾਡੇ ਜੀਵਨ 'ਚ ਬਦਲਾਅ ਆਉਂਦਾ ਹੈ। ਜੇ ਅਸੀਂ ਵੀ ਆਪਣੇ ਜੀਵਨ ਨੂੰ ਬਦਲਣਾ ਚਾਹੁੰਦੇ ਆ ਤਾਂ ਜਦੋਂ ਪਿਛਲੀਆਂ ਚਿੰਤਾ ਛੱਡੀਏ ਕਿ ਕੀ ਦੱਸਿਆ ਹੈ। ਕਿਉਂਕਿ ਕਈ ਵਾਰਾਂ ਕਈ ਜੀਵ ਆਉਂਦੇ ਆ, ਮਾਲਕੋ ਕੋਈ ਕਹਿੰਦਾ ਮੁੰਡਾ ਮੰਗਲੀਕ ਹੈ, ਕੁੜੀ ਮੰਗਲੀਕ ਹੈ, ਕੋਈ ਕਹਿੰਦਾ ਜੇ ਗ੍ਰਹਿ ਮਾੜੇ, ਇਹ ਮਾੜਾ, ਉਹ ਮਾੜਾ। ਛੱਡੀਏ ਨਾ ਫਿਕਰਾਂ ਨੂੰ, ਕਿਉਂਕਿ ਦੱਸਣ ਵਾਲੇ ਸਿਰਫ ਦੱਸ ਸਕਦੇ ਹੈ, ਤਾਂ ਉਹ ਮਾਲਿਕ ਦੇ ਘਰ 'ਚ ਤਾਂ ਬਦਲਿਆ ਜਾਂਦਾ ਹੈ। ਮਾਲਿਕ ਦੇ ਘਰ 'ਚ ਦੱਸਿਆ ਨਹੀਂ ਜਾਂਦਾ। ਕੋਈ ਜੀਵ ਆ ਕੇ ਕਹਿੰਦਾ ਨਾ ਮਾਲਕੋ ਦੱਸਿਓ ਜਰਾ ਇਹ ਕਾਰਨ ਕੀ ਹੈ, ਅਸੀਂ ਕਹਿੰਦੇ ਪੁੱਛ ਨਾ, ਰਹਿਮਤ ਮੰਗ। ਕਿਉਂਕਿ ਮਾਲਿਕ ਦੇ ਘਰ 'ਚ ਪੁੱਛਾਂ ਨਹੀਂ ਦਿੱਤੀਆਂ ਜਾਂਦੀਆਂ, ਦੱਸਿਆ ਨਹੀਂ ਜਾਂਦਾ। ਇੱਥੇ ਤਾਂ ਰਹਿਮਤ ਕੀਤੀ ਜਾਂਦੀ ਹੈ, ਕਿਰਪਾ ਕੀਤੀ ਜਾਂਦੀ ਹੈ, ਝੋਲੀਆਂ ਖੁਸ਼ੀਆਂ ਨਾਲ ਭਰੀਆਂ ਜਾਂਦੀਆਂ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇੱਥੇ ਤਾਂ ਝੋਲੀਆਂ ਰਹਿਮਤਾਂ ਨਾਲ ਭਰੀਆਂ ਜਾਂਦੀਆਂ ਹੈ। ਇਸ ਲਈ ਇੱਕ ਬੱਚਾ ਜਾਵੇ ਬਾਪ ਕੋਲ, ਪਿਤਾ ਜੀ ਮੈਨੂੰ ਚਾਕਲੇਟ ਚਾਹੀਦੀ, ਦੱਸਿਓ ਤਾਂ ਕਿੱਦਾਂ ਮਿਲੇਗੀ, ਕਿੰਨੇ ਦੀ ਮਿਲੇਗੀ, ਕਿੱਥੋਂ ਆਏਗੀ, ਕਿੱਦਾਂ ਆਏਗੀ, ਕਿਹੜੀ ਦੁਕਾਨ ਤੋਂ ਆਏਗੀ? ਬਾਪ ਨੇ ਨਾ ਕੀ ਮੂਰਖ ਵਾਲੀ ਗੱਲ, ਤੂੰ ਦੱਸ ਮੈਨੂੰ ਚਾਹੀਦੀ ਹੈ।
ਲਿਆ ਕੇ ਮੈਂ ਆਪੇ ਹੀ ਦਊਂ ਤੈਨੂੰ, ਤੂੰ ਕੀ ਪੁੱਛ ਕੇ ਲੈਣਾ ਕਿੱਥੋਂ ਆਏਗੀ, ਕਿੱਦਾਂ ਆਏਗੀ, ਕਾਹਤੇ ਆਏਗੀ, ਕਿੱਦਾਂ ਹੋਏਗੀ। ਤੂੰ ਮੰਗ, ਤੈਨੂੰ ਮਿਲੇਗਾ। ਹੁਣ ਬੱਚਾ ਬਾਪ ਨੂੰ ਜਾ ਕੇ ਇਹ ਥੋੜੀ ਕਹਿੰਦਾ ਪਿਤਾ ਜੀ ਚਾਕਲੇਟ ਲੈਣੀ ਹੈ, ਤਾਂ ਬਾਪ ਕਹਿੰਦਾ ਫਿਕਰ ਨਾ ਕਰ ਸ਼ਾਮ ਤੱਕ ਆ ਗਈ। ਬਾਪ ਜਾਂਦਾ ਹੈ ਕੰਮ ਤੇ, ਆਂਦਾ ਹੋਇਆ ਲੈ ਆਂਦਾ ਹੈ, ਤਾਂ ਬੱਚਾ ਨਹੀਂ ਜੀ ਪਹਿਲਾਂ ਦੱਸੋ ਕਿੱਥੋਂ ਆਈ, ਕਿੰਨੇ ਦੀ ਆਈ, ਕਿੱਦਾਂ ਆਈ, ਕੀ ਪਾਇਆ ਇਹਦੇ 'ਚ, ਬਣਾਈ ਕਿਹਨਾਂ ਹੈ, ਕਿਹੜੀ ਕੰਪਨੀ ਦੀ ਹੈ, ਇਹਨੂੰ ਬਣਾਇਆ ਕਿੱਦਾਂ ਗਿਆ ਹੈ। ਤਾਂ ਬਾਪ ਨੇ ਕਹਿਣਾ ਮੂਰਖਤਾ ਵਾਲੀਆਂ ਗੱਲਾਂ ਨਾ ਕਰ। ਹੁਣ ਬੰਦੇ ਹੀ ਪਤਾ ਕੀ ਸਵਾਲ ਕਰਦੇ, ਅੱਜ ਦੀ ਸ਼ਾਦੀ ਨਹੀਂ ਹੁੰਦੀ, ਆਹ ਕੰਮ ਨਹੀਂ ਹੁੰਦਾ, ਕਿਉਂ ਨਹੀਂ ਹੁੰਦਾ, ਕਾਹਤੇ ਨਹੀਂ ਹੁੰਦਾ, ਦੱਸਿਓ ਜੀ ਜ਼ਰਾ। ਉਹ ਰਹਿਮਤ ਮੰਗ ਕਿ ਮਾਲਕੋ ਤੇਰੇ ਦਰ ਤੇ ਆ ਗਿਆ ਹੈ, ਹੁਣ ਮੇਰੀ ਝੋਲੀ ਖੁਸ਼ੀਆਂ ਨਾਲ ਭਰ ਦਿਓ। ਉਹਨੇ ਭਰ ਦੇਣੀ ਹੈ, ਤੁਹਾਨੂੰ ਕੀ ਮਤਲਬ ਕਿੱਦਾਂ ਕਿੱਦਾਂ, ਕਾਹਤੇ, ਕਿਉਂ, ਕਿੱਦਾਂ, ਤੁਸੀਂ ਕੀ ਟੈਨਸ਼ਨ ਲੈਣੀ ਹੈ।